ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਰਤ ਪੁਰਤ ਸਤਿਗੁਰੂ ਪ੍ਰਥਮ ਸਿਵਰ ਕੋ ਕੀਨ। ਨਿਸਾ ਬਸੇ ਬਿਸਰਾਮ ਕੈ ਪੁਨ ਪ੍ਰਭਾਤ ਕੋ ਚੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨ ਕੇ ਭਾਗ ਬੜੇ हैं ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੇ ਪਵਿੱਤਰ ਪਾਵਨ ਹੁਕਮ ਅਨੁਸਾਰ ਆਪਾਂ ਸਾਰੇ ਹਰ ਰੋਜ਼ ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹਾਂ। ਧੰਨ ਧੰਨ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਰਾਜਾ ਜੈ ਸਿੰਘ ਨੇ ਬੇਨਤੀ ਕਰ ਘੱਲੀ ਕਿ ਮਹਾਰਾਜ ਆਪ ਕਿਰਪਾ ਕਰਕੇ ਦਿੱਲੀ ਵਿੱਚ ਆਪਣੇ ਪਵਿੱਤਰ ਚਰਨ ਪਾਓ। ਸੰਗਤਾਂ ਤੁਹਾਡੇ ਦਰਸ਼ਨਾਂ ਲਈ ਬੜੀਆਂ ਉਤਾਵਲੀਆਂ ਹਨ, ਸੰਗਤਾਂ ਨੂੰ ਦਰਸ਼ਨ ਬਖਸ਼ੋ। ਸਤਿਗੁਰੂ ਜੀ ਨੇ ਕਹਿਤਾ ਵੀ ਜੇ ਸਾਨੂੰ ਦਿੱਲੀ ਜਾ ਕੇ ਬਾਦਸ਼ਾਹ ਨੂੰ ਮਿਲਣ ਲਈ ਮਜਬੂਰ ਕਰੋਗੇ ਤਾਂ ਅਸੀਂ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਣੇ, ਨਾ ਉਹਦੇ ਦਰਸ਼ਨ ਕਰਨੇ ਹਨ। ਇਸ ਗੱਲ ਦੀ ਰਾਜਾ ਜੈ ਸਿੰਘ ਨੇ ਜ਼ਿੰਮੇਵਾਰੀ ਚੁੱਕ ਲਈ ਹੈ ਕਿ ਆਪ ਜੀ ਨੂੰ ਕੋਈ ਵੀ ਮਜਬੂਰ ਨਹੀਂ ਕਰੇਗਾ ਕਿ ਆਪ ਜੀ ਬਾਦਸ਼ਾਹ ਨੂੰ ਮਿਲੋ ਜਾਂ ਨਾ ਮਿਲੋ। ਜਿਵੇਂ ਆਪ ਜੀ ਦੀ ਖੁਸ਼ੀ ਹੋਵੇਗੀ ਉਸੇ ਤਰ੍ਹਾਂ ਆਪ ਜੀ ਨੇ ਕਰ ਲੈਣਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਨੂੰ ਜਾਣ ਦੀਆਂ ਤਿਆਰੀਆਂ ਕਰ ਲਈਆਂ ਅਤੇ ਸਤਿਗੁਰੂ ਜੀ ਸ੍ਰੀ ਕੀਰਤਪੁਰ ਸਾਹਿਬ ਤੋਂ ਰਵਾਨਾ ਹੋਏ ਹਨ। ਪਹਿਲਾ ਪੜਾਅ ਰੋਪੜ ਦੇ ਲਾਗੇ ਜੋ ਗੁਰਦੁਆਰਾ ਸਦਾਵਰਤ ਹੈ। ਇਹ ਸਦਾਵਰਤ ਗੁਰਦੁਆਰਾ ਜਿੱਥੇ 6ਵੇਂ 7ਵੇਂ 8ਵੇਂ 9ਵੇਂ ਔਰ 10ਵੇਂ ਪਾਤਸ਼ਾਹ ਜੀ ਮਹਾਰਾਜ 5 ਪਾਤਸ਼ਾਹੀਆਂ ਦੇ ਚਰਨ ਪਏ ਹਨ। ਇੱਥੇ ਪਹਿਲਾ ਪੜਾਅ ਮਹਾਰਾਜ ਨੇ ਕੀਤਾ ਹੈ। ਇੱਥੋਂ ਅੱਗੇ ਚਾਲਾ ਪੰਜੋਖਰਾ ਸਾਹਿਬ ਜਾ ਕੇ ਮਹਾਰਾਜ ਪੜਾਅ ਕਰਨਗੇ। ਰਸਤੇ ਦੀ ਅਨੇਕ ਪ੍ਰਕਾਰ ਦੀ ਕਥਾ ਆਓ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ 8ਵੇਂ ਪਾਤਸ਼ਾਹ ਜੀ ਬਾਲਾ ਪ੍ਰੀਤਮ ਜੀ ਦੇ ਚਰਨਾਂ 'ਚ ਨਮਸਕਾਰ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੀਰਤ ਪੁਰਤ ਸਤਿਗੁਰੂ। ਸਤਿਗੁਰੂ ਮਹਾਰਾਜ ਜੀ ਕੀਰਤਪੁਰ ਸਾਹਿਬ ਤੋਂ ਚਾਲਾ ਪਾ ਕੇ ਪ੍ਰਥਮ ਸਿਵਰ ਕੋ ਕੀਨ। ਪਹਿਲਾ ਡੇਰਾ ਪਹਿਲਾ ਪੜਾਅ ਸੱਚੇ ਪਾਤਸ਼ਾਹ ਜੀ ਨੇ ਸਦਾਵਰਤ ਸਥਾਨ ਤੇ ਕੀਤਾ ਹੈ। ਨਿਸਾ ਬਸੇ ਬਿਸਰਾਮ ਕੈ। ਰਾਤ ਇੱਥੇ ਰਹੇ ਹਨ ਮਹਾਰਾਜ ਜੀ, ਵਿਸਰਾਮ ਕੀਤਾ ਹੈ। ਪੁਨ ਪ੍ਰਭਾਤ ਕੋ ਚੀਨ। ਫਿਰ ਜਦੋਂ ਸਵੇਰ ਹੋਈ ਹੈ, ਤੜਕਾ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠੇ ਹਨ। ਚੌਪਈ ਚਲਬੇ ਕਹੋ ਤਿਆਰ ਜਬ ਭਏ। ਜਦੋਂ ਮਹਾਰਾਜ ਜੀ ਸ੍ਰੀ ਕੀਰਤਪੁਰ ਸਾਹਿਬ ਤੋਂ ਰੋਪੜ ਆ ਗਏ ਤੇ ਰੋਪੜ ਤੋਂ ਚੱਲਣ ਵਾਸਤੇ ਅਗਲੇ ਦਿਨ ਤਿਆਰੀ ਕੀਤੀ ਹੈ। ਲੰਮੇ ਦੇਸ਼ਨ ਕੇ ਸਿੱਖ ਆਏ। ਤਾਂ ਲੰਮੇ ਦੇਸ਼ ਦੇ ਸਿੱਖਾਂ ਨੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ। ਲੰਮੇ ਦੇਸ਼ ਦੀ ਸੰਗਤ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਰਹਿ ਗਿਆ, ਨੱਕਾ ਦੇਸ਼, ਲੰਮਾ ਦੇਸ਼, ਉਸ ਦੇਸ਼ ਦੀਆਂ ਸੰਗਤਾਂ ਆਈਆਂ ਹਨ। ਮਸਤਕ ਟੇਕਤ ਅਰਜ਼ ਗੁਜ਼ਾਰੀ। ਲੰਮੇ ਦੇਸ਼ ਦੇ ਸਿੱਖਾਂ ਨੇ ਆ ਕੇ ਚਰਨਾਂ 'ਚ ਮੱਥਾ ਟੇਕਿਆ, ਸੀਸ ਝੁਕਾਇਆ ਤੇ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ। ਗੁਰੂ ਜੀ ਸੰਗਤ ਆਵਤ ਭਾਰੀ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਬਹੁਤ ਸੰਗਤਾਂ ਆਪ ਜੀ ਦੇ ਦਰਸ਼ਨਾਂ ਲਈ ਉਤਾਵਲੀਆਂ ਹੋ ਕੇ ਆ ਰਹੀਆਂ ਹਨ। ਦਰਸ਼ਨ ਕਰ ਸਿੱਖ ਜੇ ਘਰ ਜਾਤੇ। ਜਿਹੜੇ ਸਿੱਖ ਆਪ ਜੀ ਦੇ ਦਰਸ਼ਨ ਕਰਕੇ ਵਾਪਸ ਆਪਣੇ ਆਪਣੇ ਘਰਾਂ ਨੂੰ, ਦੇਸ਼ਾਂ ਨੂੰ ਜਾਂਦੇ ਹਨ, ਤਿਨਹੁ ਸੁਨਾਵਤ ਕੀਨੀ ਬਾਤੇ। ਉਹ ਤੁਹਾਡੇ ਗੁਣਾਂ ਬਾਰੇ ਦੱਸਦੇ ਹਨ। ਉਹ ਸੰਗਤ ਨੂੰ ਦੱਸਦੇ ਨੇ ਵੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਸਤਿਗੁਰੂ ਜੀ ਮਹਾਰਾਜ ਤੁਹਾਡੀ ਮਹਿਮਾ ਜਦੋਂ ਸੰਗਤਾਂ ਨੂੰ ਸੁਣਾਈ ਦੀ ਹੈ ਤਾਂ ਹੋਰ ਸੰਗਤਾਂ ਦੇ ਮਨ ਵਿੱਚ ਆਪ ਜੀ ਦੇ ਦਰਸ਼ਨ ਕਰਨ ਦਾ ਚਾਅ ਪੈਦਾ ਹੋ ਜਾਂਦਾ ਹੈ। ਸਤਿਗੁਰ ਹੈ ਤਿਆਰ ਉਤ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਹੁਣ ਸੰਗਤ ਨੂੰ ਪਤਾ ਲੱਗਾ ਹੈ ਵੀ ਆਪ ਜੀ ਦਿੱਲੀ ਜਾਣ ਦੀ ਤਿਆਰੀ ਕਰਕੇ ਤੁਰ ਪਏ ਹੋ। ਸੁਣ ਕਰ ਮਾਰਗ ਅਧਿਕ ਪਿਆਨੇ। ਤਾਂ ਉਹ ਜਿਹੜੇ ਸਿੱਖ ਵਿਚਾਰੇ ਆ ਰਹੇ ਸੀ ਦਰਸ਼ਨਾਂ ਨੂੰ,
ਉਹ ਹੋਰ ਉਤਾਵਲੇ ਹੋ ਕੇ ਛੇਤੀ ਨਾਲ ਤੁਰ ਪਏ ਹਨ। ਉਹਦਾ ਰਸਤੇ 'ਚ ਰਾਤ ਵੀ ਬੜੇ ਮੁਸ਼ਕਲ ਨਾਲ ਰੁਕਦੇ ਹਨ ਤੇ ਸਵੇਰੇ ਤੁਰ ਪੈਂਦੇ ਹਨ ਵੀ ਕਿਤੇ ਅਸੀਂ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਨਾ ਰਹਿ ਜਾਈਏ। ਮਹਾਰਾਜ ਸਾਡੇ ਕੀਰਤਪੁਰ ਸਾਹਿਬ ਜਾਣ ਤੋਂ ਪਹਿਲਾਂ ਕਿਤੇ ਚਲੇ ਨਾ ਜਾਣ। ਸ਼ਰਮਤ ਭਏ ਜਹ ਗਮਨਿਓ ਜਾਈ। ਔਰ ਉਹ ਵਿਚਾਰੇ ਸਿੱਖ ਬੜੇ ਜ਼ਿਆਦਾ ਸਫ਼ਰ ਮੁਕਾਉਂਦੇ ਹਨ, ਲੰਮਾ ਪੈਂਡਾ ਕਰਦੇ ਹਨ, ਇਸ ਕਰਕੇ ਬਹੁਤ ਥੱਕ ਜਾਂਦੇ ਹਨ। ਦਰਸ ਲਾਲਸਾ ਹਿਰਦੈ ਵਧਾਈ। ਉਹਨਾਂ ਦੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬੜੀ ਭਾਰੀ ਲਾਲਸਾ ਵਧੀ ਹੋਈ ਹੈ। ਇਹੀ ਸੋਚਦੇ ਆ ਵੀ ਗੁਰੂ ਸਾਹਿਬ ਦੇ ਛੇਤੀ ਚੱਲ ਕੇ ਦਰਸ਼ਨ ਕਰ ਲਈਏ। ਇਸਤਰੀ ਪੁਰਖ ਬ੍ਰਿਧ ਗਨ ਬਾਲ। ਸੰਗਤਾਂ ਬਹੁਤ ਹਨ, ਬਜ਼ੁਰਗ ਹਨ, ਬੱਚੇ ਹਨ, ਇਸਤਰੀਆਂ ਵੀ ਹਨ ਤੇ ਪੁਰਸ਼ ਵੀ ਹਨ। ਆਵਤ ਚਾਲੇ ਸ਼ਰਮਤ ਵਿਸਾਲ। ਮਹਾਰਾਜ ਬਹੁਤ ਦੂਰੋਂ ਚੱਲੇ ਆਉਂਦੇ, ਪੈਦਲ ਤੁਰ ਕੇ, ਗੱਡਿਆਂ ਤੇ ਰੇਹੜਿਆਂ ਤੇ ਇਦਾਂ ਸੰਗਤ ਆ ਰਹੀ ਹੈ। ਸੋ ਸਫ਼ਰ ਕਰਕੇ ਥੱਕ ਜਾਂਦੇ ਹਨ। ਆਪ ਜੀ ਦੇ ਦਰਸ਼ਨਾਂ ਦੇ ਲਈ ਬੜੇ ਕਾਹਲੇ ਕਦਮੀ ਤੁਰੇ ਆਉਂਦੇ ਹਨ। ਸਭ ਮਿਲ ਹਮਕੋ ਪਠਿਓ ਅਗਾਰੀ। ਉਹਨਾਂ ਸਾਰੇ ਸਿੱਖਾਂ ਨੇ ਸਾਨੂੰ ਭੇਜਿਆ ਹੈ, ਸਿੱਖਾਂ ਨੂੰ, ਵੀ ਤੁਸੀਂ ਅੱਗੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ ਵੀ ਕੁਝ ਸਮਾਂ ਹੋਰ ਰੁਕ ਜਾਣ ਤੇ ਅਸੀਂ ਮਹਾਰਾਜ ਦੇ ਦਰਸ਼ਨ ਕਰ ਸਕੀਏ। ਦਰਸ ਦੇਹੋ ਗੁਰ ਥਿਰਤਾ ਧਾਰੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੋ ਵੀ ਕੁਝ ਸਮਾਂ ਰੁਕ ਕੇ ਸਾਨੂੰ ਦਰਸ਼ਨ ਦੇ ਦੇਣ। ਨਿਜ ਸੰਗਤ ਪਰ ਕਰਨਾ ਕੀਜੈ। ਇਹ ਸਤਿਗੁਰੂ ਜੀ ਆਪਣੀ ਸੰਗਤ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਆਪਣੀ ਸੰਗਤ ਵਾਸਤੇ ਕੁਝ ਸਮਾਂ ਹੋਰ ਇੱਥੇ ਰੁਕ ਜਾਓ। ਮਗ ਵਿਸਾਲ ਆਏ ਲਖ ਲੀਜੈ। ਬਹੁਤ ਲੰਮਾ ਪੈਂਡਾ ਤੈਅ ਕਰਕੇ ਲੰਮੇ ਦੇਸ਼ ਤੋਂ ਸਿੱਖ ਆਏ ਹਨ, ਹੁਣ ਤਾਂ ਨੇੜੇ ਹੀ ਪਹੁੰਚੇ ਪਏ ਹਨ ਤੇ ਮਹਾਰਾਜ 1-2 ਦਿਨਾਂ ਵਿੱਚ ਤੁਹਾਡੇ ਚਰਨਾਂ 'ਚ ਉਹ ਸਿੱਖ ਆ ਜਾਣਗੇ। ਉਹਨਾਂ ਨੂੰ ਦਰਸ਼ਨ ਦੇ ਕੇ ਫਿਰ ਆਪ ਦਿੱਲੀ ਨੂੰ ਚਲੇ ਜਾਣਾ। ਚਲਤਿਓ ਮਿਲਿਓ ਜਾਏ ਨਹਿ ਕਿਉਂ ਹੂ। ਮਹਾਰਾਜ ਜੀ ਜੇ ਆਪ ਜੀ ਅੱਗੇ ਤੁਰੀ ਗਏ ਤੇ ਸੰਗਤਾਂ ਪਿੱਛੇ ਤੁਰਦੀਆਂ ਰਹੀਆਂ ਤੇ ਮਹਾਰਾਜ ਦਿੱਲੀ ਤੋਂ ਉਰੇ ਤੁਸੀਂ ਪੜਾ ਨਾ ਕੀਤਾ ਤੇ ਸੰਗਤ ਦਾ ਸਫ਼ਰ ਵੱਧ ਜਾਵੇਗਾ। ਫਿਰ ਉਹ ਇੰਨੀ ਦੂਰ ਜਿਹੜੀ ਸੰਗਤ ਲੰਮੇ ਦੇਸ਼ ਤੋਂ ਆਈ ਹੈ 300 ਮੀਲ ਹੋਰ ਤੁਰੇਗੀ, ਫਿਰ ਮਹਾਰਾਜ ਤੁਹਾਡੇ ਦਰਸ਼ਨ ਹੋਣਗੇ। ਇਸ ਕਰਕੇ ਸੰਗਤ ਦੀ ਬੇਨਤੀ ਹੈ ਕੁਝ ਸਮਾਂ ਆਪ ਜੀ ਇਸ ਪੁਆਧ ਦੇਸ਼ ਦੇ ਅੰਦਰ ਹੀ ਰੁਕ ਜਾਓ। ਉਤਲਾਵਤ ਚਾਲਤ ਮਗ ਜਿਉ ਹੂੰ। ਮਹਾਰਾਜ ਜਿਵੇਂ ਆਪ ਜੀ ਕਾਲੇ ਕਦਮੀ ਤੁਰੇ ਜਾ ਰਹੇ ਹੋ ਤੇ ਆਪ ਜੀ ਥੋੜਾ ਸਮਾਂ ਇੱਥੇ ਟਿਕਾ ਕਰੋ ਤਾਂ ਕਿ ਪਿਛਲੀਆਂ ਆਉਣ ਵਾਲੀਆਂ ਸੰਗਤਾਂ ਦਰਸ਼ਨਾਂ ਦਾ ਲਾਭ ਪ੍ਰਾਪਤ ਕਰ ਸਕਣ। ਸੰਗਤ ਥਕਤ ਜਾਨ ਥਿਰ ਰਹੀ ਹੈ। ਮਹਾਰਾਜ ਸੰਗਤ ਬਹੁਤ ਥੱਕ ਗਈ ਹੈ, ਤੁਰ ਕੇ ਹੋਰ ਉਹਨਾਂ ਕੋਲੋਂ ਲੰਮਾ ਪੈਂਡਾ ਤੁਰਿਆ ਨਹੀਂ ਜਾਣਾ। ਸੰਗਤ ਉੱਤੇ ਤਰਸ ਕਰੋ ਤੇ ਕੁਝ ਸਮਾਂ ਆਪ ਜੀ ਇੱਥੇ ਰੁਕ ਜਾਓ। ਬਿਰਧ ਸਹਾਇਕ ਸੇਵਕ ਲਹੀ ਹੈ। ਆਪ ਜੀ ਆਪਣੇ ਸੇਵਕਾਂ ਦੇ ਸਦਾ ਹੀ ਸਹਾਈ ਹੋਏ, ਤੁਹਾਡਾ ਬਿਰਧ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਬਿਰਧ ਸੁਆਮੀ ਸੰਦਾ। ਤੁਸੀਂ ਆਪਣੇ ਬਿਰਧ ਦੀ ਪਾਲਣਾ ਕਰੋ। ਸ੍ਰੀ ਹਰਿ ਕ੍ਰਿਸ਼ਨ ਗੁਰੂ ਗਤ ਦਾਨੀ। ਸੰਗਤ ਦੀ ਇਹ ਬੇਨਤੀ ਮੁਕਤੀ ਦਾਤੇ, ਕਲਿਆਣ ਦਾਤੇ ਸਤਿਗੁਰੂ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੁਣੀ। ਸੁਨ ਸੰਗਤ ਕੀ ਬਿਨੈ ਮਹਾਨੀ। ਸੰਗਤ ਦੀ ਬੇਨਤੀ ਸੁਣ ਕੇ ਭਏ ਥਕਤ ਥਿਰਤਾ ਕਹੋ ਧਾਰੇ। ਮਹਾਰਾਜ ਨੇ ਸੋਚਿਆ ਵੀ ਸੰਗਤ ਥੱਕ ਜਾਏਗੀ, ਇਸ ਲਈ ਕੁਝ ਸਮਾਂ ਰੋਪੜ ਹੀ ਰੁਕ ਗਏ ਹਨ। ਦੇਤ ਕਾਮਨਾ ਸੰਗਤ ਪਿਆਰੇ। ਤੇ ਫਿਰ ਮਹਾਰਾਜ ਸੰਗਤ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਤਿਹਠਾ ਰਾਖਿਓ ਸਿਵਰ ਮੁਕਾਮ। ਤੇ ਉਥੇ ਸਾਧ ਸੰਗਤ ਜੀ ਕੁਝ ਸਮਾਂ ਮਹਾਰਾਜ ਨੇ ਡੇਰਾ ਰੱਖਿਆ ਹੈ। ਬਾਲ ਆਰਬਲ ਗੁਣ ਗਨ ਧਾਮ। ਜਿਨ੍ਹਾਂ ਦੀ ਬਾਲ ਅਵਸਥਾ ਹੈ ਮਹਾਰਾਜ ਜੀ ਦੀ ਤੇ ਗੁਣਾਂ ਦੇ ਖਜ਼ਾਨੇ ਹਨ। ਸਤਿਗੁਰੂ ਜੀ ਪੌਣੇ 8 ਸਾਲ ਇਸ ਦੁਨੀਆ ਨੂੰ ਦਰਸ਼ਨ ਦਿੱਤੇ ਹਨ ਤੇ 5 ਸਾਲ ਤੇ 3 ਮਹੀਨੇ ਦੇ ਸਨ ਜਦੋਂ ਗੱਦੀ ਤੇ ਬੈਠੇ ਹਨ ਤੇ ਗੁਰੂ ਸਾਹਿਬ 2.5 ਸਾਲ ਪੌਣੇ 3 ਸਾਲ ਹੀ ਗੁਰਤਾ ਗੱਦੀ ਕੀਤੀ ਹੈ। ਤੋ ਸਤਿਗੁਰੂ ਬਾਲ ਸਰੂਪ ਸਨ
ਗੁਣਾਂ ਦੇ ਖਜ਼ਾਨੇ, ਸਰਬ ਸ਼ਕਤੀਆਂ ਦੇ ਮਾਲਕ। 8ਵੇਂ ਪਾਤਸ਼ਾਹ ਜੀ ਦਾ ਜਿਹੜਾ ਜਾਮਾ ਮਹਾਰਾਜ ਨੇ ਧਾਰਨ ਕੀਤਾ ਹੈ, ਇਹ ਉਹਨਾਂ ਲੋਕਾਂ ਨੂੰ ਜਿਹੜੇ ਸ਼ੰਕਾ ਕਰਦੇ ਆ ਵੀ ਗੁਰੂ ਇੱਕ ਸਰੀਰ ਹੀ ਹੁੰਦਾ ਹੈ, ਉਹਨਾਂ ਨੂੰ ਇਹ ਬੜੀ ਵੱਡੀ ਨਸੀਹਤ ਹੈ ਵੀ ਗੁਰੂ ਸਰੀਰ ਨਹੀਂ ਹੁੰਦਾ, ਗੁਰੂ ਜੋਤ ਹੁੰਦੀ ਹੈ, ਗੁਰੂ ਸ਼ਬਦ ਹੁੰਦਾ ਹੈ, ਗੁਰੂ ਬ੍ਰਹਮ ਹੁੰਦਾ ਹੈ। ਤੋ ਇਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਾਮਾ ਧਾਰਨ ਕੀਤਾ ਹੈ ਅਗਿਆਨੀ ਲੋਕਾਂ ਦੀਆਂ ਅੱਖਾਂ ਖੋਲ੍ਹਣ ਵਾਸਤੇ। ਅਗਲੇ ਦਿਵਸ ਸੰਗਤਾਂ ਆਈ, ਮਹਾਰਾਜ ਰੁਕ ਗਏ ਤੇ ਅਗਲੇ ਦਿਨ ਲੰਮੇ ਦੇਸ਼ ਦੀਆਂ ਸੰਗਤਾਂ ਆ ਗਈਆਂ। ਤ੍ਰਿਖਤ ਧੇਨ ਜਨ ਜਲ ਹਿਤ ਧਾਈ, ਕਹਿੰਦੇ ਇੰਨੀ ਸੰਗਤ ਦਰਸ਼ਨਾਂ ਲਈ ਪਿਆਸੀ ਸੀ, ਜਿਵੇਂ ਪਿਆਸੀ ਗਊ ਪਾਣੀ ਵੱਲ ਦੌੜਦੀ ਹੈ ਨਾ, ਏਦਾਂ ਗੁਰੂ ਕੀ ਸੰਗਤ ਗੁਰੂ ਦੇ ਦਰਸ਼ਨਾਂ ਲਈ ਦੌੜੀ ਆਈ ਸੀ। ਬੈਠੇ ਸਤਿਗੁਰ ਲਾਏ ਦੀਵਾਨ, ਮਹਾਰਾਜ ਨੇ ਉੱਥੇ ਹੀ ਦੀਵਾਨ ਲਾ ਲਿਆ ਤੇ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦਰਸ ਹੈ ਸੰਗਤ ਬੰਧਨ ਠਾਨ, ਸੰਗਤਾਂ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦੀਆਂ, ਨਮਸਕਾਰਾਂ ਕਰਦੀਆਂ, ਮਹਾਰਾਜ ਦੇ ਬਚਨ ਸੁਣਦੀਆਂ ਹਨ। ਅਨੇਕ ਉਪਾਇਨ ਕੋ ਅਰ ਪਾਵੈ, ਅਨੇਕਾਂ ਪ੍ਰਕਾਰ ਦੀਆਂ ਪ੍ਰੇਮ ਭੇਟਾਵਾਂ ਸਿੱਖਾਂ ਨੇ 8ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕੀਤੀਆਂ। ਹੋਏ ਠਾਡੇ ਅਰਦਾਸ ਕਰਾਵੈ, ਖੜ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਾਉਂਦੇ ਐ, ਮੇਵੜੇ ਅਰਦਾਸ ਕਰਦੇ ਹਨ। ਅਮ ਕੀ ਮੋਹੇ ਕਾਮਨਾ ਪੂਰੀ, ਏ ਮਹਾਰਾਜ ਜੀ, ਹੇ ਸਤਿਗੁਰੂ ਜੀ, ਮੇਰੀ ਇਹ ਕਾਮਨਾ ਆਪ ਜੀ ਨੇ ਪੂਰੀ ਕੀਤੀ ਹੈ। ਮੈਂ ਇਹ ਅਰਦਾਸ ਕੀਤੀ ਸੀ ਵੀ ਸਤਿਗੁਰੂ ਆਪ ਸਹਾਈ ਹੋਵੋ, ਮੇਰਾ ਇਹ ਕਾਰਜ ਅੜਿਆ ਹੋਇਆ ਫਤਿਹ ਹੋ ਜਾਵੇ। ਆਪ ਜੀ ਦੀ ਕਿਰਪਾ ਨਾਲ ਮੇਰੀ ਇਹ ਭਾਵਨਾ ਪੂਰੀ ਹੋ ਗਈ ਹੈ। ਕੋ ਕਹਿ ਕਰੇ ਬਿਗਨ ਗਨ ਦੂਰੀ, ਕੋਈ ਕਹਿੰਦਾ ਮਹਾਰਾਜ ਮੇਰਾ ਮੁਕੱਦਮਾ ਚੱਲ ਰਿਹਾ ਸੀ ਤੇ ਆਪ ਜੀ ਦੀ ਕਿਰਪਾ ਨਾਲ ਮੈਂ ਉਹਦੇ ਵਿੱਚ ਸਫਲ ਹੋ ਗਿਆ ਹਾਂ। ਕੋਈ ਕਹਿੰਦਾ ਮਹਾਰਾਜ ਮੇਰੇ ਘਰ ਬੱਚਾ ਨਹੀਂ ਸੀ ਹੁੰਦਾ, ਆਪ ਜੀ ਦੀ ਬਖਸ਼ਿਸ਼ ਨਾਲ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ। ਕੋਈ ਕਹਿੰਦਾ ਮੇਰਾ ਕਾਰੋਬਾਰ ਬਿਜ਼ਨਸ ਨਹੀਂ ਸੀ ਚੱਲਦਾ, ਆਪ ਜੀ ਦੀ ਕਿਰਪਾ ਨਾਲ ਬਿਜ਼ਨਸ ਵਧੀਆ ਚੱਲ ਗਿਆ ਹੈ। ਕੋਈ ਬਿਮਾਰੀ ਤੋਂ ਉਭਰਿਆ ਹੈ ਤੇ ਉਹ ਕਹਿੰਦਾ ਮਹਾਰਾਜ ਆਪ ਦੀ ਕਿਰਪਾ ਨਾਲ ਮੇਰਾ ਸਰੀਰ ਤੰਦਰੁਸਤ ਹੋ ਗਿਆ ਹੈ। ਇਸ ਤਰ੍ਹਾਂ ਸਿੱਖ ਅਰਦਾਸਾਂ ਕਰਦੇ ਹਨ। ਕੋ ਕਹਿ ਸਤਿਗੁਰ ਮੁਝ ਸੁਤ ਦੀਜੈ, ਤੇ ਕੋਈ ਕਹਿੰਦਾ ਮਹਾਰਾਜ ਮੇਰੇ ਘਰ ਪੁੱਤਰ ਦੀ ਕਮੀ ਹੈ, ਬੱਚਾ ਨਹੀਂ ਹੈ, ਆਪ ਕਿਰਪਾ ਕਰੋ ਮੇਰੀ ਝੋਲੀ 'ਚ ਪੁੱਤਰ ਦੀ ਦਾਤ ਪਾਓ। ਕੋ ਕਹਿ ਮਮ ਧਨ ਧਾਮ ਭਰੀਜੇ, ਕੋਈ ਕਹਿੰਦਾ ਮਹਾਰਾਜ ਮੇਰੇ ਘਰ ਵਿੱਚ ਰੋਟੀ ਕੱਪੜੇ ਮਕਾਨ ਦੀ ਕਮੀ ਹੈ, ਗਰੀਬੀ ਹੈ, ਆਪ ਗਰੀਬੀ ਦੂਰ ਕਰੋ, ਧਨ ਧਾਮ ਭਰ ਦਿਓ। ਕੋ ਕਹਿ ਤਨ ਕੋ ਕਸ਼ਟ ਬਿਦਾਰ ਹੋ, ਕੋਈ ਅਰਦਾਸ ਕਰਦਾ ਹੈ ਮਹਾਰਾਜ ਜੀ ਮੇਰੇ ਸਰੀਰ ਤੇ ਬੜਾ ਕਸ਼ਟ ਹੈ, ਮੈਂ ਬਿਮਾਰ ਰਹਿੰਦਾ ਹਾਂ, ਆਪ ਬਖਸ਼ਿਸ਼ ਕਰੋ ਮੇਰਾ ਸਰੀਰ ਰਾਜੀ ਹੋ ਜਾਵੇ। ਕੋ ਕਹਿ ਸ਼ਤਰੂ ਘਨ ਨਿਰਵਾਰ ਹੋ, ਕੋਈ ਕਹਿੰਦਾ ਮਹਾਰਾਜ ਮੇਰੇ ਦੁਸ਼ਮਣ ਬੜੇ ਤੰਗ ਕਰਦੇ ਹਨ, ਉਹਨਾਂ ਨੂੰ ਕਿਰਪਾ ਕਰਕੇ ਸਮੱਤ ਬਖਸ਼ੋ, ਟਾਲਾ ਕਰੋ ਦੁਸ਼ਮਣਾਂ ਦਾ। ਅਨੇਕ ਕਾਮਨਾ ਇਸ ਤੇ ਆਦ, ਇਸ ਪ੍ਰਕਾਰ ਦੀਆਂ ਹੋਰ ਵੀ ਕਈ ਮਨੋਕਾਮਨਾ ਸਿੱਖ ਗੁਰੂ ਸਾਹਿਬ ਤੋਂ ਮੰਗਦੇ ਹਨ। ਜਾਚਿਤ ਗੁਰ ਤੇ ਉਰ ਅਹਲਾਦ, ਬੜੇ ਖੁਸ਼ੀ ਦੇ ਨਾਲ, ਬੜੀ ਆਸ ਤੇ ਉਮੀਦ ਨਾਲ ਮੰਗਦੇ ਹਨ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਇਹ ਬਾਬੇ ਨਾਨਕ ਦੇ ਘਰ ਤੋਂ ਜਿਹੜੀ ਜਿਹੜੀ ਵੀ ਕੋਈ ਸਿੱਖ ਮੰਗਦੇ ਹਨ, ਸਤਿਗੁਰੂ ਪੂਰੀਆਂ ਕਰੀ ਜਾਂਦੇ ਹਨ। ਧਰ ਧਰ ਹਿਰਦੈ ਕਾਮਨਾ ਜੈਸੀ, ਜੈਸੀ ਜੈਸੀ ਕਾਮਨਾ ਧਰ ਕੇ ਸਿੱਖ ਗੁਰੂ ਮਹਾਰਾਜ ਅੱਗੇ ਅਰਦਾਸਾਂ ਕਰਦੇ ਹਨ। ਦਰਸ ਹੈ ਸਤਿਗੁਰ ਪੂਰ ਹੈ ਤੈਸੀ, ਔਰ ਮਹਾਰਾਜ ਦੇ ਦਰਸ਼ਨ ਕਰਦੇ ਹਨ ਤੇ ਮਹਾਰਾਜ ਸਾਡੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਜਿੰਨੇ ਵੀ ਸਿੱਖ ਆਪਾਂ ਸਾਧ ਸੰਗਤ ਜੀ, ਆਪਾਂ ਨੂੰ ਗੁਰੂ ਦੇ ਕਿਸੇ ਕੀਤੇ ਹੋਏ ਕੰਮ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਕਿਉਂ? ਅਸੀਂ ਗੁਰੂ ਦੀ ਗਤ ਮਿੱਤ ਨਹੀਂ ਜਾਣ ਸਕਦੇ। ਜਿੰਨੀ ਜਿੰਨੀ ਸਾਡੇ ਮਨ ਦੀ ਅਵਸਥਾ, ਅਸੀਂ ਆਪਣੇ ਗੁਰੂ ਅੱਗੇ ਅਰਦਾਸ ਕਰਦੇ ਹਾਂ, ਗੁਰੂ ਪੂਰੀ ਕਰ ਦਿੰਦਾ। ਹੁਣ ਗੁਰੂ ਕੀ ਹੈ, ਇਹਦਾ ਅੰਤ ਪਾਉਣ ਦੀ ਕਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਗੁਰੂ ਬੇਅੰਤ ਹੈ, ਗੁਰ ਕੀ ਮਹਿਮਾ ਕਿਆ ਕਹੋ, ਗੁਰ ਵਿਵੇਕ ਸਤ ਸਰ, ਉਹ ਆਦ ਜੁਗਾਦੀ ਜੁਗ ਹੈ, ਜੁਗ ਪੂਰਾ ਪਰਮੇਸ਼ਰ।
ਸੋ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੀਆਂ ਮਨੋਕਾਮਨਾ ਪੂਰੀਆਂ ਕਰੀ ਜਾਂਦੇ ਹਨ। ਸਤ ਨਾਮ ਕਹਿ ਜਾਚਤ ਕੋਈ, ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਸਭ ਤੋਂ ਉੱਚੀ ਦਾਤ ਹੈ ਜਿਹੜੀ ਕੋਈ ਵਿਰਲੇ ਸਿੱਖ ਮੰਗਦੇ ਹਨ, ਕਿਉਂਕਿ ਸਾਰਿਆਂ ਦੀ ਇੱਕੋ ਜਿਹੀ ਅਵਸਥਾ ਨਹੀਂ ਹੁੰਦੀ ਗੁਰੂ ਘਰ ਵਿੱਚ ਆਉਣ ਵਾਲਿਆਂ ਦੀ। ਸਾਧ ਸੰਗਤ ਜੀ, ਸਕੂਲ ਵਿੱਚ ਬੱਚੇ ਪੜ੍ਹਦੇ ਹਨ, ਸਾਰੇ ਡੀਸੀ ਨਹੀਂ ਲੱਗ ਜਾਂਦੇ। ਕੋਈ ਵਿਚਾਰੇ ਹੁੰਦੇ ਆ ਜਿਹੜੇ 5ਵੀਂ 7ਵੀਂ 'ਚ ਹੀ ਫੇਲ ਹੋ ਜਾਂਦੇ ਆ, ਕਈ ਥੋੜ੍ਹੇ ਨੰਬਰਾਂ ਨਾਲ ਪਾਸ ਹੁੰਦੇ ਆ। ਮੈਰਿਟ ਤਾਂ ਕਿਸੇ ਕਿਸੇ ਦੀ ਆਉਂਦੀ ਹੈ, ਪਰ ਸਕੂਲ ਦੇ ਵਿਦਿਆਰਥੀ ਸਾਰੇ ਹੀ ਹੁੰਦੇ ਹਨ। ਆਪਾਂ ਗੁਰੂ ਦੇ ਸਕੂਲ ਦੇ ਵਿਦਿਆਰਥੀ ਹਾਂ, ਸਾਰਿਆਂ ਦੀ ਅਵਸਥਾ ਇੱਕੋ ਜਿਹੀ ਨਹੀਂ, ਵੱਖਰੀ ਵੱਖਰੀ ਹੈ। ਕਈ ਇਹੋ ਜਿਹੇ ਹਨ ਜਿਹੜੇ ਕੁਛ ਵੀ ਨਹੀਂ ਦੁਨਿਆਵੀ ਚੀਜ਼ਾਂ ਮੰਗਦੇ, ਉਹਨਾਂ ਦੀ ਅਵਸਥਾ ਵੀ ਲਿਖੀ ਹੈ ਬਾਣੀ 'ਚ। ਗੁਰੂ ਗ੍ਰੰਥ ਸਾਹਿਬ 'ਚ ਸਾਰਿਆਂ ਵਾਸਤੇ ਲਿਖਿਆ ਹੋਇਆ। ਜਿਵੇਂ ਚੰਗੇ ਡਾਕਟਰ ਕੋਲ ਨਾ ਸਾਰੇ ਮਰੀਜ਼ਾਂ ਦੀਆਂ ਦਵਾਈਆਂ ਹੁੰਦੀਆਂ, ਸਿਰ ਪੀੜ ਦੀ, ਦੰਦ ਪੀੜ ਦੀ, ਕੰਨ ਪੀੜ ਦੀ, ਅੱਖ ਪੀੜ ਦੀ, ਢਿੱਡ ਪੀੜ ਦੀ। ਜਿਹੜਾ ਬਿਮਾਰ ਹੈ ਉਹਨੂੰ ਉੱਦਾਂ ਦੀ ਦਵਾਈ ਦੇਣੀ ਹੈ। ਇਹ ਤਾਂ ਹੈ ਨਹੀਂ ਵੀ ਕੰਨ ਪੀੜ ਵਾਲੇ ਨੂੰ ਆਪਾਂ ਢਿੱਡ ਪੀੜ ਦੀ ਦੇ ਦਈਏ ਜਾਂ ਹੋਰ ਕੋਈ ਗਲਤ ਦਵਾਈ ਦੇ ਦਈਏ। ਸਿਆਣੇ ਵੈਦ ਨੂੰ ਪਤਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਵੀ ਲਿਖਿਆ ਹੈ ਵੀ ਜਿਹੜੇ ਅਸੀਂ ਸੰਸਾਰੀ ਲੋਕ ਹਾਂ, ਸਾਨੂੰ ਚਾਹੀਦਾ ਮਾਣ ਤਾਣ ਦੁੱਧ ਪੁੱਤ। ਅਸੀਂ ਗ੍ਰਸਤੀ ਬੰਦੇ ਹਾਂ, ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ, ਮਕਾਨ ਵੀ ਚਾਹੀਦਾ। ਕਿੱਥੋਂ ਮੰਗੀਏ ਗੁਰੂ ਨੂੰ ਛੱਡ ਕੇ? ਕਹਿੰਦੇ ਮਾਣ ਮੰਗੋ, ਤਾਣ ਮੰਗੋ, ਧਨ ਲక్ష్ਮੀ ਸੁੱਤ ਦਿਓ। ਇਹ ਸਾਡੇ ਲੋਕਾਂ ਦੀ, ਜਿਹੜੇ ਆਪ ਗ੍ਰਸਤੀ ਆਮ ਸੰਸਾਰੀ ਬੰਦੇ, ਸਾਡੀ ਅਵਸਥਾ ਹੈ। ਫਿਰ ਜਿਹੜੇ ਗੁਰੂ ਮਹਾਰਾਜ ਦੇ ਪਿਆਰੇ ਹਨ, ਉਹ ਮੰਗਦੇ ਹੀ ਨਹੀਂ ਦੁਨਿਆਵੀ ਚੀਜ਼ਾਂ, ਉਹ ਨਾਮ ਮੰਗਦੇ ਨੇ। ਉਹਨਾਂ ਦੀ ਅਵਸਥਾ ਦੀ ਬਾਣੀ ਵੀ ਲਿਖੀ ਹੈ। ਐ ਜੀ ਕਿਆ ਮੰਗੋ ਕਿਛ ਰਹਿ ਨਾ ਦੀਸੈ, ਇਸ ਜਗ ਮੈਂ ਆਇਆ ਜਾਈ। ਹੇ ਮਹਾਰਾਜ ਜੀ, ਕੀ ਮੰਗੀਏ? ਜਿਹੜੀਆਂ ਦੁਨਿਆਵੀ ਚੀਜ਼ਾਂ ਮੰਗਦੇ ਆ ਉਹ ਤਾਂ ਇੱਥੇ ਹੀ ਰਹਿ ਜਾਣੀਆਂ। ਦੁੱਧ ਪੁੱਤ, ਧਨ ਦੌਲਤ, ਕੋਠੀਆਂ ਕਾਰਾਂ, ਮਾਇਆ। ਤੰਦਰੁਸਤੀ ਵੀ ਕਿੰਨਾ ਚਿਰ ਹੈ? ਸਰੀਰ ਆਪਣਾ ਠੀਕ ਹੋ ਜਾਏਗਾ, ਪਰ ਜਦੋਂ ਜਾਵਾਂਗੇ ਉਦੋਂ ਤਾਂ ਸਰੀਰ ਇੱਥੇ ਰਹਿ ਜਾਏਗਾ ਨਾ, ਤੰਦਰੁਸਤ ਵੀ ਹੋਇਆ। ਇਸ ਲਈ ਨਹੀਂ ਮੰਗਦੇ। ਕੀ ਮੰਗਦੇ ਆ? ਉਹ ਕਹਿੰਦੇ ਆਪਣਾ ਨਾਮ ਦਿਓ, ਬਿਸਰਨਾ ਹੀ ਦਾਤਾਰ, ਆਪਣਾ ਨਾਮ ਦਿਓ। ਇੱਦਾਂ ਦੇ ਹੁੰਦੇ ਥੋੜ੍ਹੇ ਹੀ ਹੈ, ਪਰ ਗੁਰੂ ਸਾਹਿਬਾਂ ਦੇ ਸਮੇਂ ਵੀ ਇੱਦਾਂ ਦੇ ਥੋੜ੍ਹੇ ਹੀ ਸੀ, ਹੁਣ ਵੀ ਥੋੜ੍ਹੇ ਹੀ ਨੇ, ਪਰ ਮੰਗਦੇ ਆ ਉਹ ਵੀ ਹੁੰਦੇ ਆ। ਬੀਜਨਾਸ ਕਿਸੇ ਚੀਜ਼ ਦਾ ਨਹੀਂ ਹੁੰਦਾ। ਇੱਥੇ ਗੁਰੂ ਘਰ 'ਚ ਸਭ ਤਰ੍ਹਾਂ ਦੇ ਸਿੱਖ ਹੁੰਦੇ ਆ ਤੇ ਸਾਰਿਆਂ ਦਾ ਬੀਜਨਾਸ ਨਹੀਂ ਹੁੰਦਾ, ਅੱਗੇ ਜਾ ਕੇ ਚੱਲਦੇ ਰਹਿੰਦੇ ਆ। ਯੋਧੇ, ਗਿਆਨੀ, ਸੰਤ, ਭਗਤ, ਸੇਵਕ, ਗ੍ਰਸਤੀ, ਸਾਰਿਆਂ ਤਰ੍ਹਾਂ ਦੇ ਸਿੱਖ ਮਹਾਰਾਜ ਦੇ ਸਮੇਂ ਵੀ ਸੀਗੇ, ਹੁਣ ਵੀ ਨੇ ਤੇ ਅੱਗੇ ਵੀ ਰਹਿਣੇ ਆ। ਸੋ ਸਿੱਖਾਂ ਨੇ, ਕਈਆਂ ਨੇ ਕੁਛ ਮੰਗਿਆ, ਕਿਸੇ ਨੇ ਕੁਛ ਮੰਗਿਆ। ਕੁਝ ਸਿੱਖਾਂ ਨੇ ਆਖਿਆ ਮਹਾਰਾਜ ਸਾਨੂੰ ਦੁਨਿਆਵੀ ਚੀਜ਼ਾਂ ਨਹੀਂ, ਆਪਣਾ ਨਾਮਦਾਨ ਬਖਸ਼ੋ। ਪਦ ਪੰਕਜ ਪ੍ਰੇਮੀ ਉਰ ਜੋਈ, ਜਿਹੜੇ ਗੁਰੂ ਮਹਾਰਾਜ ਦੇ ਚਰਨਾਂ ਦੇ ਪ੍ਰੇਮੀ ਹਨ, ਜਗਿਆਸੂ ਹਨ, ਉਹ ਤਾਂ ਨਾਮ ਦੀਆਂ ਦਾਤਾਂ ਹੀ ਮੰਗਦੇ ਹਨ। ਸ੍ਰੀ ਹਰਿ ਕ੍ਰਿਸ਼ਨ ਕਿਰਪਾ ਜਤ ਦੇਖ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਅਰਦਾਸ ਕੀਤੀ ਹੈ, ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਦਾਸਨ ਬਾਂਛਤ ਦੇਹ ਅਸ਼ੇਖ, ਤੇ ਜੋ ਜੋ ਕਿਸੇ ਨੇ ਮੰਗਿਆ ਹੈ ਮਹਾਰਾਜ ਨੇ ਦੇ ਦਿੱਤਾ ਹੈ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਸੋਈ ਸੋਈ ਸਾਰਾ ਕੁਝ ਆ ਗਿਆ, ਦੁਨਿਆਵੀ ਚੀਜ਼ਾਂ ਵੀ ਆ ਗਈਆਂ ਤੇ ਪਰਮਾਰਥੀ ਵੀ ਆ ਗਈਆਂ। ਮਹਾਰਾਜ ਦਾਤਾਂ ਦਈ ਜਾਂਦੇ ਹਨ। 8ਵੇਂ ਪਾਤਸ਼ਾਹ ਜੀ ਜਥਾ ਜੋਗ ਦੀਨੋ ਸਿਰ ਪਾਏ, ਸਤਿਗੁਰੂ ਜੀ ਨੇ ਸਾਰੇ ਸੰਗਤ ਜਿਹੜੀ ਲੰਮੇ ਦੇਸ਼ ਦੀ ਆਈ ਸੀ, ਸਾਰਿਆਂ ਨੂੰ ਸਰੋਪੇ ਵੀ ਬਖਸ਼ਿਸ਼ ਕੀਤੇ ਹਨ। ਅੱਜ ਕੱਲ੍ਹ ਜਿਹੜੇ ਨਵੇਂ ਜੰਮੇ ਹਨ ਨਾ, ਸਰੋਪਿਆਂ ਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਆ। ਅਖੇ ਜੀ ਸਰੋਪੇ ਦਈ ਜਾਂਦੇ। ਸਰੋਪੇ ਵੀ ਸਾਧ ਸੰਗਤ ਜੀ ਗੁਰੂ ਘਰ ਦੀ ਪੁਰਾਤਨ ਮਰਜ਼ਾਦਾ ਹੈ। ਜਿਹੜੀ ਸੰਗਤ ਦੂਰੋਂ ਚੱਲ ਕੇ ਆਉਂਦੀ ਸੀ, ਗੁਰੂ ਮਹਾਰਾਜ ਸਰੋਪਾ ਪ੍ਰਸ਼ਾਦ ਉਹਨੂੰ ਦਿੰਦੇ ਸੀਗੇ। ਉਹਦੇ ਨਾਲ ਉਹਨਾਂ ਦਾ ਗੁਰੂ ਘਰ ਨਾਲ ਪ੍ਰੇਮ ਬਣਿਆ ਰਹਿੰਦਾ ਸੀ, ਅਸ਼ੀਰਵਾਦ ਬਣਿਆ ਰਹਿੰਦਾ ਸੀ ਸਤਿਗੁਰਾਂ ਦਾ। ਸਤਿਗੁਰੂ ਜੀ ਨੇ ਸਾਰਿਆਂ ਨੂੰ ਸਰੋਪੇ ਦੇ ਕੇ ਤੋਰਿਆ ਹੈ। ਪਾਏ ਪ੍ਰਸਾਦ ਧਰਹਿ ਉਰ ਭਾਏ, ਔਰ ਗੁਰੂ ਮਹਾਰਾਜ ਦਾ ਪ੍ਰਸਾਦ ਪਾ ਕੇ ਬੜੇ ਪ੍ਰੇਮ ਦੇ ਨਾਲ ਸਿੱਖ ਆਗਿਆ ਲੈ ਕੇ ਗਏ ਹਨ। ਸੰਗਤ ਬਿਦਾ ਕੀਨ ਸਮਦਾਊ, ਸਾਰੀ ਸੰਗਤ ਦੀਆਂ ਮਨੋਕਾਮਨਾ ਪੂਰੀਆਂ ਕੀਤੀਆਂ। ਲੰਮੇ ਦੇਸ਼ ਦੀ ਸੰਗਤ ਨੂੰ ਵਿਦਾ ਕੀਤਾ ਸਤਿਗੁਰੂ ਜੀ ਨੇ। ਸਾਦਰ ਸਭ ਕੋ ਰੱਖ ਕਰ ਭਾਊ, ਸਾਰਿਆਂ ਦਾ ਮਾਣ ਸਤਿਕਾਰ ਰੱਖਿਆ, ਕਿਉਂਕਿ ਜਿਹੜੇ ਇੰਨੇ ਦੂਰੋਂ ਪ੍ਰੇਮ ਨਾਲ ਆਏ ਨਾ, ਜੇ ਕੋਈ ਘਰ ਆਵੇ ਪ੍ਰੇਮ ਨਾਲ ਤੇ ਉਹਨੂੰ ਪਿਆਰ ਨਾਲ ਜੀ ਆਇਆ ਆਖੀਏ ਤੇ ਅਗਲੇ ਦਾ ਮਾਣ ਬਣ ਜਾਂਦਾ। ਤੇ ਜੇ ਆਪਾਂ ਉਹਦੇ ਵੱਲ ਵੇਖੀਏ ਹੀ ਨਾ
ਬਈ ਕਿਸੇ ਦੇ ਘਰ ਗਿਆ, ਅਗਲਾ ਪੁੱਛੇ ਹੀ ਨਾ ਵੀ ਨਾ ਚੱਲ ਨਾ ਪਾਣੀ, ਨਾ ਬੈਠੋ ਜੀ, ਨਾ ਆਓ ਜੀ, ਨਾ ਜਾਓ ਜੀ, ਤੇ ਉਹ ਫਿਰ ਸਾਧ ਸੰਗਤ ਜੀ ਫਿੱਕਾਪਣ ਹੁੰਦਾ। ਆ ਜਿਉਂ-ਜਿਉਂ ਪੱਛਮ ਦੀ ਵੈਸਟ ਦੀ ਵਿੱਦਿਆ ਸਾਡੇ 'ਚ ਆਈ ਹੈ ਨਾ, ਇਸ ਚੀਜ਼ ਦੀ ਬੜੀ ਘਾਟ ਆ ਗਈ ਹੈ। ਸਾਨੂੰ ਪਤਾ ਹੀ ਨਹੀਂ ਵੀ ਵੱਡੇ ਛੋਟੇ ਦਾ ਸਤਿਕਾਰ ਕਿਵੇਂ ਕਰਨਾ, ਜੀ ਆਇਆਂ ਕਿਵੇਂ ਕਹਿਣਾ। ਤੇ ਉਹ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦਾ ਵੀ ਸਤਿਕਾਰ ਕੀਤਾ ਵੀ ਗੁਰੂ ਕੇ ਸਿੱਖ ਆਏ, ਗੁਰੂ ਕੀ ਸੰਗਤ ਆਈ ਹੈ। ਆਪ ਗੁਰ ਪੁਰਬ ਮੁਖ ਕੀਨਾ, ਤੇ ਆਪ ਉਹ ਸੰਗਤ ਨੂੰ ਵਿਦਾ ਕਰਕੇ ਗੁਰੂ ਜੀ ਨੇ ਪੂਰਬ ਵਾਲੇ ਈਸਟ ਵਾਲੇ ਪਾਸੇ ਨੂੰ, ਰੋਪੜ ਤੋਂ ਦਿੱਲੀ ਈਸਟ ਵਾਲੇ ਪਾਸੇ, ਈਸਟ ਔਰ ਸਾਊਥ ਦੀ ਸਾਈਡ ਨੂੰ ਪੈਂਦੀ ਹੈ, ਸੋ ਮਹਾਰਾਜ ਜੀ ਉੱਥੋਂ ਦਿੱਲੀ ਵੱਲ ਨੂੰ ਮੂੰਹ ਕਰ ਲਿਆ ਹੈ। ਪਹੁੰਚਨ ਹਿਤਪੁਰ ਮਾਰਗ ਲੀਨਾ, ਦਿੱਲੀ ਸ਼ਹਿਰ ਨੂੰ ਪਹੁੰਚਣ ਲਈ ਰੋਪੜ ਤੋਂ ਫੇਰ ਅਗਾਂਹ ਤੁਰ ਪਏ ਹਨ। ਤਿਸ ਦਿਨ ਅਗਮਨੇ ਗਏ ਅਗਾਰੀ, ਮਹਾਰਾਜ ਉਸ ਦਿਨ ਤੁਰਦੇ ਗਏ ਹਨ ਪੜਾਉ ਪੜਾਈ। ਕਿਨਹੋ ਸਿਵਰ ਨਿਸਾ ਸੁਖ ਭਾਰੀ, ਜਿੱਥੇ ਰਾਤ ਪਈ ਹੈ ਉਥੇ ਰਾਤ ਪੜਾਂ ਕੀਤਾ ਹੈ, ਸੁਖ ਲਿਆ ਹੈ। ਖਾਨ ਪਾਨ ਕਰ ਸੁਪਤੇ ਸਭ ਹੂੰ, ਔਰ ਖਾਨ ਪਾਨ ਕਰਕੇ ਪੜਾਂ ਵਿੱਚ ਰਾਤ ਕੱਟੀ ਹੈ। ਭਈ ਪ੍ਰਭਾਤ ਤਿਆਰ ਭਏ ਤਬ ਹੂੰ, ਜਦੋਂ ਪ੍ਰਭਾਤ ਹੋਈ, ਸਵੇਰਾ ਹੋਇਆ ਤੇ ਸਤਿਗੁਰੂ ਜੀ ਤਿਆਰ ਹੋਏ ਹਨ। ਮਾਰਗ ਚਲੇ ਜਾਹੇ ਸਮੁਦਾਈ, ਨਾਲ ਸੰਗਤਾਂ ਵੀ ਹਨ, ਰਾਜੇ ਜੈ ਸਿੰਘ ਦੇ ਭੇਜੇ ਹੋਏ ਪ੍ਰਧਾਨ ਮੰਤਰੀ ਵਗੈਰਾ ਹੋਰ ਲੋਕ ਵੀ ਹਨ। ਭਾਈ ਗੁਰਬਖਸ਼ ਜੀ ਮਸੰਦ ਨਾਲ ਹਨ, ਭਾਈ ਸਤੀ ਦਾਸ ਵਗੈਰਾ ਹੋਰ ਵੀ ਬੜੇ ਕਰਨੀਆਂ ਵਾਲੇ ਸਿੱਖ ਹਨ। ਜਗ ਗੁਰ ਕੋ ਬੰਦ ਹੈ ਜਿਤ ਜਾਈ, ਜਿੱਧਰ ਮਹਾਰਾਜ ਦੀ ਪਾਲਕੀ ਜਾਂਦੀ ਹੈ, ਸੋਨੇ ਦੀ ਪਾਲਕੀ 'ਚ ਬੈਠੇ ਹੋਏ 8ਵੇਂ ਪਾਤਸ਼ਾਹ ਜੀ ਮਹਾਰਾਜ, ਸਿੱਖਾਂ ਨੇ ਮੋਢਿਆਂ ਤੇ ਪਾਲਕੀ ਚੁੱਕੀ ਹੈ ਤੇ ਬਾਣੀ ਪੜ੍ਹਦੇ, ਨਾਮ ਜਪਦੇ, ਅੱਗੇ ਅੱਗੇ ਨਿਸ਼ਾਨ ਸਾਹਿਬ ਹੈ, ਨਗਾਰੇ ਵੱਜਦੇ ਹੈ, ਮਹਾਰਾਜ ਦੀ ਫੌਜ ਨਾਲ ਹੈ। ਬੜੀ ਲੰਮੀ ਵਹੀਰ ਸਤਿਗੁਰਾਂ ਦੀ ਜਾ ਰਹੀ ਹੈ। ਪਿੰਡਾਂ ਦੇ ਲੋਕ ਗਲੀਆਂ ਵਿੱਚ ਆ ਕੇ ਖੜ ਜਾਂਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲਈਏ। ਤਿਸ ਦਿਨ ਪੁੰਨ ਹੈ ਸਿੱਖ ਕੁਛ ਆਏ, ਫਿਰ ਜਦੋਂ ਮਹਾਰਾਜ ਜਾ ਰਹੇ ਸਨ, ਰੋਪੜ ਤੋਂ ਤੁਰੇ ਹੀ ਸਨ, ਥੋੜਾ 1-2 ਪੜਾਂ ਅੱਗੇ ਆਏ ਹਨ ਤੇ ਕੁਝ ਸਿੱਖ ਹੋਰ ਆ ਗਏ ਹਨ। ਬੰਦਤ ਪਾਏ ਨ ਬਾਕ ਸੁਨਾਏ, ਉਹਨਾਂ ਨੇ ਆ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਗੁਰੂ ਜੀ ਨੂੰ। ਕਾਬਲ ਅਰ ਪਸ਼ੋਰ ਕਸ਼ਮੀਰ, ਏ ਗੁਰੂ ਜੀ, ਆਪ ਦਿੱਲੀ ਜਾ ਰਹੇ ਹੋ, ਪਰ ਕਾਬਲ ਦੀਆਂ ਤੇ ਕਸ਼ਮੀਰ ਦੀਆਂ, ਮੁਲਤਾਨ ਦੀਆਂ, ਪਿਸ਼ਾਵਰ ਦੀਆਂ ਸੰਗਤਾਂ ਦੇ ਬਹੁਤ ਜਥੇ ਤੁਰੇ ਆਉਂਦੇ ਆਪ ਜੀ ਦੇ ਦਰਸ਼ਨਾਂ ਲਈ। ਇਤਿਆਦਿਕ ਦੇਸ਼ਨ ਨਰ ਭੀਰ, ਜਿਹੜੇ ਮਹਾਰਾਜ ਜੀ ਨਾਰਥ ਔਰ ਵੈਸਟ ਇੰਡੀਆ ਦੇ ਇਲਾਕੇ ਹਨ। ਨਾਰਥ ਵਿੱਚ ਕਸ਼ਮੀਰ ਹੈ ਤੇ ਵੈਸਟ ਵਿੱਚ ਕਾਬਲ ਕੰਧਾਰ ਹੈ। ਉਧਰ ਦੀਆਂ ਜਿਹੜੀਆਂ ਸੰਗਤਾਂ ਹਨ ਉਹ ਮਹਾਰਾਜ ਜਥਿਆਂ ਦੇ ਜਥੇ ਦਰਸ਼ਨਾਂ ਲਈ ਆ ਰਹੀਆਂ ਹਨ। ਸੰਗਤ ਆਵਤ ਕਈ ਹਜ਼ਾਰ, ਸਤਿਗੁਰੂ ਜੀ ਕਈ ਹਜ਼ਾਰ ਸੰਗਤਾਂ ਆ ਰਹੀਆਂ ਹਨ। ਦਰਸ਼ਨ ਰਾਵਰ ਚਾਹੇ ਉਦਾਰ, ਸਭ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ। ਲਾਗਵ ਕਰਤ ਪੰਥ ਮਹਿ ਆਵਤ, ਔਰ ਬੜੀ ਲਾਗਵਤਾ ਕਹਿੰਦੇ ਵੀ ਕਾਹਲੀ ਨਾਲ, ਛੇਤੀ ਨਾਲ ਤੁਰੀਆਂ ਆਉਂਦੀਆਂ ਵੀ ਸਤਿਗੁਰੂ ਜੀ ਕਿਤੇ ਦੂਰ ਨਾ ਚਲੇ ਜਾਣ। ਸੁਣੀ ਤੁਮਾਰੀ ਸੁਧ ਉਤ ਜਾਵਤ, ਮਹਾਰਾਜ ਇਹ ਵੀ ਪਤਾ ਲੱਗ ਗਿਆ ਵੀ ਆਪ ਜੀ ਦਿੱਲੀ ਵੱਲ ਜਾ ਰਹੇ ਹੋ, ਤਾਂ ਸੰਗਤਾਂ ਛੇਤੀ ਪਹੁੰਚ ਕੇ ਦਰਸ਼ਨ ਕਰਨਾ ਚਾਹੁੰਦੀਆਂ ਨੇ। ਜਾਂ ਤੇ ਮਾਰਗ ਚਲਹਿ ਵਿਸਾਲਾ, ਇਸ ਕਰਕੇ ਸੰਗਤਾਂ ਬਹੁਤ ਲੰਮਾ ਪੈਂਡਾ ਰੋਜ਼ ਤੁਰਦੀਆਂ ਨੇ ਵੀ ਰਾਤ ਪੈਣ ਤੱਕ ਤੁਰਦੀਆਂ ਰਹਿੰਦੀਆਂ ਨੇ। ਇੱਕ ਦਿਨ ਟਿਕੋ ਮਿਲਹਿ ਤੁਮ ਨਾਲਾ, ਜੇ ਗੁਰੂ ਜੀ ਇੱਕ ਦਿਨ ਆਪ ਜੀ ਹੋਰ ਰੁਕ ਜਾਓ ਤੇ ਉਹ ਸੰਗਤ ਵੀ ਤੁਹਾਡੇ ਕੋਲ ਪਹੁੰਚ ਕੇ ਦਰਸ਼ਨ ਕਰ ਲਵੇ। ਸੁਨ ਸਤਿਗੁਰ ਪੁਨ ਕੀਨ ਮੁਕਾਮੂ, ਸੰਗਤ ਦਾ ਪ੍ਰੇਮ ਵੇਖ ਕੇ ਫੇਰ ਮਹਾਰਾਜ ਕਹਿੰਦਾ ਰੁਕੋ ਭਾਈ। ਸੰਗਤ ਨੂੰ ਮਹਾਰਾਜ ਬਹੁਤ ਵੱਡਾ ਰੁਤਬਾ ਦਿੰਦੇ ਆ। ਗੁਰੂ 20 ਬਿਸਵੇ ਹੈ, ਸੰਗਤ 21 ਬਿਸਵੇ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤਿਗੁਰੂ ਜੀ ਨੇ ਸੰਗਤ ਵਿੱਚ ਕਿਹਾ ਮੇਰਾ ਵਾਸਾ ਹੈ, ਗੁਰੂ ਨਾਨਕ ਦਾ ਵਾਸਾ ਹੈ।
ਮਹਾਰਾਜ ਆਪ ਰੁਕ ਗਏ ਹਨ। ਲਖ ਸੰਗਤ ਕੋ ਪ੍ਰੇਮ ਭਿਰਾਮੂ। ਤੇ ਮਹਾਰਾਜ ਸੰਗਤ ਦਾ ਪ੍ਰੇਮ ਜਾਣ ਕੇ ਉੱਥੇ ਹੀ ਆਸਣ ਕਰ ਲਿਆ ਹੈ। ਕਰਤ ਪ੍ਰਤੀਛਨ ਦਰਸ਼ਨ ਦੈਨ। ਔਰ ਕਹਿੰਦੇ ਉਡੀਕ ਕਰ ਰਹੇ ਹਾਂ ਮਹਾਰਾਜ ਸੰਗਤਾਂ ਨੂੰ ਵੀ ਆ ਜਾਣ ਤੇ ਦਰਸ਼ਨ ਕਰ ਲੈਣ। ਕਰਨਾ ਭਰੇ ਰਸੀਲੇ ਨੈਣ। ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਦੇ ਨੇਤਰਾਂ ਵਿੱਚ ਬੜੀ ਦਇਆ ਹੈ, ਬੜਾ ਰਸ ਹੈ, ਬੜੀ ਮਿਹਰ ਵਸਦੀ ਹੈ। ਦਿਵਸ ਆਗਲੇ ਸੰਗਤ ਆਈ। ਅਗਲੇ ਦਿਨ ਹੋਰ ਸੰਗਤਾਂ ਆ ਗਈਆਂ। ਗਾਵਹਿ ਸ਼ਬਦ ਪ੍ਰੇਮ ਅਧਕਾਈ। ਕਿੱਦੇ ਪ੍ਰੇਮੀ ਸਿੱਖ ਰਸਤੇ ਜਾਂਦੇ ਬਾਣੀ ਪੜ੍ਹਦੇ ਆਉਂਦੇ ਸੀਗੇ। ਸ਼ਬਦ ਜੋਟੀਆਂ ਦੇ ਪੜ੍ਹਦੇ ਹੋਏ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ। ਇਸ ਤਰ੍ਹਾਂ ਕੀਰਤਨ ਕਰਦੀ ਹੋਈ ਸੰਗਤ ਆ ਪਹੁੰਚੀ ਹੈ। ਬਚਹਿ ਮ੍ਰਿਦੰਗ ਸਤਾਰ ਦੋ ਧਾਰੇ। ਮ੍ਰਿਦੰਗ ਵੱਜ ਰਹੇ ਸੀ, ਸਤਾਰਾਂ ਵੱਜ ਰਹੀਆਂ ਸੀ, ਦੋ ਤਾਰੇ ਵੱਜ ਰਹੇ ਸੀ, ਗੁਰੂ ਦੇ ਕੀਰਤਨ ਹੋ ਰਹੇ ਸੀ। ਪਾਏ ਰਾਗ ਧੁਨ ਊਚ ਉਚਾਰੇ। ਬੜੇ ਗੰਧਰਵ ਰਾਗੀ ਰਾਗ ਵਿਦਿਆ ਦੇ ਮਾਹਰ ਉੱਚੀ ਧੁਨ ਦੇ ਵਿੱਚ ਕੀਰਤਨ ਬਾਣੀ ਦਾ ਕਰਦੇ ਹਨ। ਸਤਿਗੁਰ ਬੈਠੇ ਲਾਏ ਦੀਵਾਨ। ਸਤਿਗੁਰੂ ਜੀ ਨੇ ਦੀਵਾਨ ਲਾ ਲਿਆ ਤੇ ਦੀਵਾਨ ਲਾ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ। ਝੂਲਤ ਝੰਡਾ ਝਮਕ ਮਹਾਨ। ਔਰ ਮਹਾਰਾਜ ਦਾ ਝੰਡਾ ਝੂਲਦਾ, ਨਿਸ਼ਾਨ ਸਭ ਝੂਲਦਾ ਹੈ। ਝਵਰ ਟੁਰਾਵਤ ਚਾਰ ਹੰਦੋਵਾ। ਮਹਾਰਾਜ ਜੀ ਦੇ ਸੀਸ ਉੱਤੇ ਚੌਰ ਝੁਲਦਾ ਹੈ। ਬਾਜਤ ਨੌਬਤ ਨਾਦਤ ਹੋਵਾ। ਨੌਬਤਾਂ ਵੱਜਦੀਆਂ ਨੇ, ਨਫੀਰੀਆਂ ਵੱਜਦੀਆਂ ਨੇ, ਬੜੇ ਵਾਜੇ ਗਾਜੇ ਵੱਜਦੇ ਗੁਰੂ ਦਰਬਾਰ ਵਿੱਚ। ਅਰਪਨ ਲੱਗੇ ਉਪਾਇਨ ਬ੍ਰਿੰਦ। ਕਾਬਲ ਦੀਆਂ ਸੰਗਤਾਂ, ਪਿਸ਼ਾਵਰ ਦੀਆਂ ਸੰਗਤਾਂ, ਕਸ਼ਮੀਰ ਦੀਆਂ ਸੰਗਤਾਂ ਆ ਪਹੁੰਚੀਆਂ ਨੇ ਤੇ ਗੁਰੂ ਸਾਹਿਬ ਨੂੰ ਪ੍ਰੇਮ ਭੇਟਾਵਾਂ ਅਰਪਣ ਕਰਨ ਲੱਗੀਆਂ ਨੇ। ਦਰਬ ਚੜਾਇਓ ਹੋ ਭਇਓ ਬਿਲੰਦ। ਬਹੁਤ ਮਾਇਆ ਕਾਬਲ ਦੇ ਸਿੱਖਾਂ ਨੇ ਚੜਾਈ ਹੈ, ਕਿਉਂਕਿ ਕਾਬਲ, ਕਸ਼ਮੀਰ ਇੱਧਰ ਬੜੇ ਬੜੇ ਵਪਾਰੀ ਬਿਜ਼ਨਸਮੈਨ ਸਿੱਖ ਹੁੰਦੇ ਸਨ ਜਿਨ੍ਹਾਂ ਦਾ ਲੱਖਾਂ ਰੁਪਈਆ ਦਸਵੰਧ ਸੀਗਾ। ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਭੇਟਾ ਕੀਤਾ ਹੈ। ਹੱਥ ਜੋਰ ਅਰਦਾਸ ਕਰਨ ਤੇ। ਆਪਣੀ ਆਪਣੀ ਅਰਦਾਸ ਬੇਨਤੀ ਹੱਥ ਜੋੜ ਕੇ ਕੀਤੀ ਹੈ। ਨਿਜ ਨਿਜ ਕਾਮਨ ਸਗਲ ਕਹੰਤੇ। ਆਪਣੇ ਆਪਣੇ ਮਨ ਦੀਆਂ ਕਾਮਨਾਵਾਂ, ਆਪਣੀਆਂ ਆਪਣੀਆਂ ਇੱਛਾਵਾਂ ਗੁਰੂ ਸਾਹਿਬ ਨੂੰ ਕਹੀਆਂ ਬੇਨਤੀ ਵਿੱਚ। ਜਥਾ ਜੋਗ ਸਤ ਗੁਰ ਸਭ ਕਈ। ਮਹਾਰਾਜ ਜੀ ਨੇ ਜਥਾ ਜੋਗ ਸਭ ਦੀਆਂ ਮਨੋਕਾਮਨਾ ਪੂਰਨ ਕਰ ਦਿੱਤੀ ਹਨ। ਸੰਗਤ ਕੋ ਵਿਦਿਆਏਗੀ ਦਈ। ਔਰ ਸੰਗਤ ਨੂੰ ਵਿਦਾਇਗੀ ਦਿੱਤੀ ਹੈ ਜਿਹੜੀ ਕਾਬਲ ਵੱਲੋਂ ਸੰਗਤ ਆਈ ਹੈ। ਅਪਰ ਕਹਾਂ ਕਹਿ ਲਗ ਬਿਰ ਬਾਵਰ। ਕਵੀ ਜੀ ਲਿਖਦੇ ਨੇ, ਮੈਂ ਸਾਰਾ ਵਿਹਾਰ ਕਿੱਥੋਂ ਤੱਕ ਦੱਸਾਂ। ਗੁਰੂ ਸਾਹਿਬ ਜੀ ਦੀ ਕਥਾ ਬਹੁਤ ਵੱਡੀ ਹੈ। ਸਤਿਗੁਰ ਅਰ ਸਿੱਖਿਆਨ ਕੀ ਕਾਰ। ਗੁਰੂ ਕੇ ਤੇ ਗੁਰੂ ਦੇ ਸਿੱਖਾਂ ਦੇ ਕੰਮ ਨਿਆਰੇ ਹਨ, ਕਹੇ ਨਹੀਂ ਜਾ ਸਕਦੇ। ਗੁਰ ਕੀ ਮਹਿਮਾ ਕਿਆ ਕਹੋ, ਕੌਣ ਵਰਣਨ ਕਰ ਸਕਦਾ ਗੁਰੂ ਦੀ ਮਹਿਮਾ। ਪੁਨ ਸਤਿਗੁਰ ਮਾਰਗ ਚੱਲ ਪਰੇ। ਫਿਰ ਗੁਰੂ ਸਾਹਿਬ ਜੀ ਦਿੱਲੀ ਵੱਲ ਤੁਰ ਪਏ ਹਨ। ਇੱਕ ਦੋਏ ਦਿਵਸ ਅਗਾਰੀ ਤੁਰੇ। ਇੱਕ ਦੋ ਦਿਨ ਹੋਰ ਅੱਗੇ ਨੂੰ ਤੁਰੇ ਹਨ। ਚਲਤ ਚਲਤ ਆਏ ਤਿਸ ਥਾਈ। ਤੁਰਦੇ ਤੁਰਦੇ ਸੱਚੇ ਪਾਤਸ਼ਾਹ ਉੱਥੇ ਆ ਗਏ ਹਨ। ਜਹ ਪੰਜੋਖਰਾ ਗ੍ਰਾਮ ਸਹਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਪੰਜੋਖਰਾ ਸਾਹਿਬ ਪਵਿੱਤਰ ਸਥਾਨ ਹੈ, ਇਹ ਸਾਧ ਸੰਗਤ ਜੀ ਅੰਬਾਲੇ ਸ਼ਹਿਰ ਤੋਂ 6 ਕਿਲੋਮੀਟਰ ਤੇ ਵਾਕਿਆ ਹੈ। ਇੱਥੇ ਪੁਰਾਤਨ ਸਮੇਂ 'ਚ ਇੱਕ ਨਦੀ ਵਗਦੀ ਸੀ, ਵਗਦੀ ਤਾਂ ਹੁਣ ਵੀ ਹੈ, ਪਰ ਘੱਟੋ ਘੱਟ ਇਸ ਜਗ੍ਹਾ ਤੋਂ ਹੁਣ ਉਹ 15-20 ਕਿਲੋਮੀਟਰ ਦਾ ਫਰਕ ਪਾ ਗਈ ਹੈ। ਉਹ ਨਦੀ ਜਿਹੜੀ ਅੱਜ ਕੱਲ੍ਹ ਅੰਬਾਲਾ ਕੈਂਟ ਤੋਂ ਥੱਲੇ ਥੱਲੇ ਹੁੰਦੀ ਹੋਈ ਸ਼ਾਹਪੁਰ ਪਿੰਡ ਦੇ ਲਾਗਿਓਂ ਦੀ ਲੰਘ ਕੇ ਅੱਗੇ ਬਹੁਤ ਦੂਰ ਜਾ ਕੇ ਖਤਮ ਹੁੰਦੀ, ਘੱਗਰ 'ਚ ਮਿਲ ਜਾਂਦੀ ਹੈ। ਉਹ ਪਹਿਲੇ ਜ਼ਮਾਨਿਆਂ ਦੇ ਵਿੱਚ ਨਦੀ ਜਿਹੜੀ ਹੈ ਪੰਜੋਖਰਾ ਸਾਹਿਬ ਤੋਂ ਹੋ ਕੇ ਅੰਬਾਲਾ ਸ਼ਹਿਰ ਦੇ ਵਿੱਚੋਂ ਦੀ ਲੰਘਦੀ ਸੀ। ਅੰਬਾਲਾ ਸ਼ਹਿਰ ਦੇ ਵਿੱਚ ਨਦੀ ਮਹੱਲਾ ਜੋ ਇੱਕ ਮਹੱਲਾ ਹੈ, ਉਹ ਇਸੇ ਕਰਕੇ ਆ ਵੀ ਉਹ ਨਦੀ ਦੇ ਕੰਢੇ ਤੇ ਮਹੱਲਾ ਵਾਕਿਆ ਸੀਗਾ।
ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਜਗਾਦਰੀ ਗੇਟ ਤੋਂ ਉੱਥੇ ਗੁਰਦੁਆਰਾ ਸਤਸੰਗਤ ਸਾਹਿਬ ਜੋ ਕੁਮਾਰਾਂ ਦੇ ਮਹੱਲੇ ਵਿੱਚ ਹੈ ਉੱਥੇ ਆਏ ਸਨ। ਸੋ ਇਹ ਜਿਹੜੀ ਨਦੀ ਹੈ ਡਾਂਗਰੀ ਪਹਿਲਾਂ ਪੰਜੋਖਰਾ ਸਾਹਿਬ ਦੇ ਲਾਗੇ ਹੋਇਆ ਕਰਦੀ ਸੀ। ਇਹਦੀਆਂ ਨਿਸ਼ਾਨੀਆਂ ਹੁਣ ਵੀ ਪੰਜੋਖਰਾ ਸਾਹਿਬ ਗੁਰਦੁਆਰੇ ਦੇ ਆਲੇ ਦੁਆਲੇ ਬਹੁਤ ਹਨ। ਉੱਥੇ ਮੂੰਗਫਲੀ ਦੇ ਖੇਤ ਜ਼ਿਆਦਾ ਹਨ ਰੇਤਲੀ ਜ਼ਮੀਨ ਹੋਣ ਕਰਕੇ, ਕਿਉਂਕਿ ਰੇਤਲੀ ਜ਼ਮੀਨ ਵਿੱਚ ਮੂੰਗਫਲੀ ਦੀ ਫਸਲ ਬਹੁਤ ਹੁੰਦੀ ਹੈ ਤੇ ਅਜੇ ਤੱਕ ਵੀ ਦਾਸ ਨੇ ਉੱਥੇ ਦੇਖਿਆ ਹੈ ਵੀ ਉਹ ਰੇਤਲੀ ਜ਼ਮੀਨ ਹੈ। ਉਸ ਜ਼ਮਾਨੇ 'ਚ ਇੱਥੇ ਨਦੀ ਵਗਦੀ ਸੀ ਤੇ ਪੰਜੋਖਰੇ ਸਾਹਿਬ ਮਹਾਰਾਜ ਜੀ ਆ ਨਦੀ ਦੇ ਕੰਢੇ ਪੜਾਂ ਕੀਤਾ ਹੈ। ਡੇਰਾ ਕਰਿਓ ਆਏ ਕਰ ਜਬੈ। ਜਦੋਂ ਪੰਜੋਖਰੇ ਦੇ ਲਾਗੇ ਬਾਰ-ਬਾਰ ਨਦੀ ਦੇ ਕਿਨਾਰੇ ਪਾਤਸ਼ਾਹ ਜੀ ਨੇ ਆ ਡੇਰਾ ਕੀਤਾ, ਸਿੱਖ ਵਿਦੇਸ਼ੀ ਪਹੁੰਚਿਓ ਤਬੈ। ਉੱਥੇ ਹੋਰ ਵਿਦੇਸ਼ ਦੀ ਸੰਗਤ ਆ ਗਈ, ਪਿੱਛੋਂ ਹੋਰ ਸਿੱਖ ਕੋਈ ਆ ਗਿਆ, ਕਿਉਂਕਿ ਜਿਹੜੀ ਸੰਗਤ ਪਿੱਛੋਂ ਆਉਂਦੀ ਸੀ ਨਾ ਉਹ ਘੋੜ ਸਵਾਰ ਬੰਦਾ ਭੇਜ ਦਿੰਦੀ ਸੀ ਭਜਾ ਕੇ ਵੀ ਮਹਾਰਾਜ ਨੂੰ ਬੇਨਤੀ ਕਰ ਦਿਓ ਵੀ ਅਸੀਂ ਆ ਰਹੇ ਹਾਂ, ਹੌਲੇ ਹੌਲੇ ਥੋੜ੍ਹਾ ਰੁਕ ਜਾਓ। ਉਹ ਜਿਹੜੇ ਇੱਕ ਦੋ ਸਿੱਖ ਘੋੜ ਸਵਾਰ ਸੀ ਅੱਗੇ ਆ ਕੇ ਦੌੜ ਕੇ ਮਿਲਦੇ ਸੀਗੇ ਤੇ ਉਹ ਬੇਨਤੀ ਕਰਦੇ ਸੀ ਮਹਾਰਾਜ ਇੱਕ ਦੋ ਦਿਨ ਹੋਰ ਰੁਕ ਜਾਓ, ਤੁਹਾਨੂੰ ਸੰਗਤ ਮਿਲਣ ਵਾਸਤੇ ਦਰਸ਼ਨਾਂ ਵਾਸਤੇ ਆ ਰਹੀ ਹੈ। ਪੰਜੋਖਰਾ ਸਾਹਿਬ ਵੀ ਸੰਗਤ ਦਾ ਜਥਾ ਆ ਰਿਹਾ ਸੀਗਾ, ਉਹਨਾਂ ਨੇ ਇੱਕ ਸਿੱਖ ਪਹਿਲਾਂ ਭੇਜ ਦਿੱਤਾ। ਖਰੇ ਹੋਏ ਅਰਦਾਸ ਉਚਾਰੀ। ਉਹ ਵਿਦੇਸ਼ੀ ਸਿੱਖਾਂ ਨੇ ਅਰਦਾਸ ਕੀਤੀ, ਗੁਰ ਜੀ ਸੰਗਤ ਆਵਤ ਭਾਰੀ। ਮਹਾਰਾਜ ਜੀ ਬਹੁਤ ਸੰਗਤ ਪੱਛਮ ਵਾਲੇ ਪਾਸਿਓਂ ਆ ਰਹੀ ਹੈ, ਇੱਕ ਦਿਨ ਇਹ ਮੁਕਾਮ ਕਰੀਜੈ। ਇੱਕ ਦਿਨ ਇੱਥੇ ਮਹਾਰਾਜ ਹੋਰ ਰੁਕ ਜਾਓ, ਸੰਗਤ ਤੁਹਾਡੇ ਦਰਸ਼ਨ ਕਰ ਲਵੇ। ਪ੍ਰੇਮੀ ਸਿੱਖਿਅਨ ਦਰਸ਼ਕ ਦੀਜੈ। ਆਪਣੇ ਪ੍ਰੇਮੀ ਸਿੱਖਾਂ ਨੂੰ ਆਪਣੇ ਦਰਸ਼ਨ ਦੇ ਦਿਓ ਮਹਾਰਾਜ ਜੀ। ਸੁਨ ਸ੍ਰੀ ਸਤਿਗੁਰ ਹਿਰਦੈ ਵਿਚਾਰੀ। ਇਹ ਸੁਣ ਕੇ 8ਵੇਂ ਪਾਤਸ਼ਾਹ ਜੀ ਵਿਚਾਰ ਕੀਤਾ ਹੈ ਨਿਤ ਪ੍ਰਤ ਸੰਗਤ ਪਹੁੰਚਤ ਭਾਰੀ। ਕਿ ਸੰਗਤਾਂ ਤੇ ਰੋਜ਼ ਆਈ ਜਾਂਦੀਆਂ ਨੇ, ਇੱਕ ਪੜਾਂ ਤੋਂ ਤੁਰੀਦਾ ਤੇ ਦੂਜੇ ਪੜਾਂ ਤੇ ਫਿਰ ਸੰਗਤ ਰੋਕ ਲੈਂਦੀ ਹੈ, ਉੱਥੇ 2 ਦਿਨ 4 ਦਿਨ ਰੁਕੀਦਾ ਹੈ, ਫਿਰ ਅੱਗੇ ਤੁਰੀਦਾ ਹੈ, ਫਿਰ 2-4 ਦਿਨ ਅਗਲੇ ਪੜਾਂ ਤੇ ਰੁਕਣਾ ਪੈਂਦਾ। ਸੋ ਸੰਗਤਾਂ ਤਾਂ ਬਹੁਤ ਆ ਰਹੀਆਂ ਹਨ। ਹਮਕੋ ਗਮਨਤ ਸੁਨ ਬਹੁ ਧਾਵ ਹੈ। ਕਿਉਂਕਿ ਲੋਕਾਂ ਨੂੰ ਇਹ ਪਤਾ ਲੱਗ ਰਿਹਾ ਵੀ ਗੁਰੂ ਜੀ ਦਿੱਲੀ ਜਾ ਰਹੇ ਨੇ, ਇਸ ਕਰਕੇ ਵੀ ਸਿੱਖ ਜਿਹੜੇ ਹਨ ਉਹ ਵੀ ਛੇਤੀ ਛੇਤੀ ਤੁਰ ਕੇ ਆਉਂਦੇ ਵੀ ਚਲੋ ਦਰਸ਼ਨ ਕਰ ਲਈਏ ਦਿੱਲੀ ਦੇ ਜਾਣ ਤੋਂ ਪਹਿਲਾਂ। ਮਾਰਗ ਵਿਖਿਆ ਸ਼ਰਮਤ ਅਕੁਲਾਵ ਹੈ। ਔਰ ਵਿਚਾਰੇ ਸਿੱਖ ਲੰਮਾ ਪੈਂਡਾ ਕਰਦੇ ਕਰਦੇ ਥੱਕ ਜਾਂਦੇ ਨੇ, ਵਿਆਕਲ ਹੋ ਜਾਂਦੇ ਨੇ, ਸਰੀਰ ਉਹਨਾਂ ਦੇ ਥੱਕ ਜਾਂਦੇ ਨੇ। ਜਾਂ ਤੇ ਕੁਛ ਉਪਾਏ ਅਸ ਕੀਜੈ। ਮਹਾਰਾਜ ਜੀ ਆਪਣੇ ਮਨ ਵਿੱਚ ਸੋਚਦੇ ਨੇ 8ਵੇਂ ਪਾਤਸ਼ਾਹ ਜੀ ਕੋਈ ਐਸਾ ਉਪਾਅ ਕਰੀਏ, ਕੋਈ ਐਸਾ ਹੀਲਾ ਕਰੀਏ ਸਭ ਸਿੱਖਿਅਨ ਕਹਿ ਬਾਕ ਥਰੀਜੈ। ਕਿ ਸੰਗਤ ਨੂੰ ਕਹਿ ਦਈਏ ਵੀ ਹੁਣ ਇੱਥੇ ਹੀ ਸੰਗਤਾਂ ਦਰਸ਼ਨ ਕਰ ਲਿਆ ਕਰਨ ਤੇ ਅੱਗੇ ਜਾਣ ਦੀ ਖੇਚਲ ਨਾ ਕਰਨ। ਇਤਨੇ ਮਹਿ ਜੈ ਸਿੰਘ ਕੋ ਦੂਤ। ਇਧਰ ਅਜੇ ਮਹਾਰਾਜ ਆਪਣੇ ਮਨ ਵਿੱਚ ਵਿਚਾਰ ਕਰ ਰਹੇ ਸਨ ਕਿ ਪਿੱਛੋਂ ਸੰਗਤਾਂ ਤੇ ਆਈ ਜਾਣੀਆਂ ਨੇ ਤੇ ਸੰਗਤਾਂ ਦਾ ਵੀ ਪ੍ਰੇਮ ਬਹੁਤ ਹੈ, ਸੰਗਤਾਂ ਨੂੰ ਵੀ ਨਿਰਾਸ਼ ਨਹੀਂ ਕਰਨਾ। ਉਧਰੋਂ ਰਾਜਾ ਜੈ ਸਿੰਘ ਦੇ ਦੂਤ ਰੋਜ਼ ਹੀ ਚਿੱਠੀਆਂ ਆਉਂਦੀਆਂ ਸਨ। ਅੱਜ ਫੇਰ ਇੱਕ ਚਿੱਠੀ ਰਾਜੇ ਦੇ ਦੂਤ ਨੇ ਲਿਆ ਕੇ ਚਰਨਾਂ 'ਚ ਰੱਖੀ ਹੈ। ਆਇਓ ਜਹ ਬੈਠੇ ਗੁਰਪੂਤ। ਜਿੱਥੇ ਮਹਾਰਾਜ ਸੁੰਦਰ ਸਰੂਪ, ਪੂਤ ਦਾ ਅਰਥ ਹੁੰਦਾ ਸੋਹਣੇ, ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਹੀ ਸੁੰਦਰ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਤਾਂ ਨਿਰੀ ਸੁੰਦਰਤਾ ਹੀ ਸਨ ਤੇ ਸਤਿਗੁਰੂ ਮਹਾਰਾਜ ਜਿੱਥੇ ਬਿਰਾਜਮਾਨ ਹਨ, ਰਾਜੇ ਜੈ ਸਿੰਘ ਦਾ ਦੂਤ ਫੇਰ ਆ ਪਹੁੰਚਿਆ ਹੈ। ਨਮਸਕਾਰ ਕਰ ਬੈਸਿਓ ਪਾਸ। ਚਰਨਾਂ 'ਚ ਮੱਥਾ ਟੇਕ ਕੇ ਦੂਤ ਬੈਠ ਗਿਆ ਰਾਜੇ ਦਾ। ਹਾਥ ਬੰਦ ਬੋਲਿਓ ਅਰਦਾਸ। ਜੈ ਸਿੰਘ ਦਾ ਦੂਤ ਹੱਥ ਜੋੜ ਕੇ ਬੋਲਿਆ, ਕੀਰਤਪੁਰ ਤੇ ਜਬ ਨਿਕਸਾਏ। ਮਹਾਰਾਜ ਜਦੋਂ ਕੀਰਤਪੁਰ ਸਾਹਿਬ ਤੋਂ ਤੁਰੇ ਸਨ, ਕੇਤਕ ਦਿਵਸ ਮੁਕਾਮ ਬਿਤਾਏ। ਤੇ ਕੀਰਤਪੁਰ ਸਾਹਿਬ ਤੋਂ ਨਿਕਲਿਆ ਨੂੰ ਤਾਂ ਕਈ ਦਿਨ ਹੋ ਗਏ ਨੇ, ਪਰ ਮਹਾਰਾਜ ਦਿੱਲੀ ਤੇ ਬੜੀ ਅਜੇ ਦੂਰ ਹੈ, ਅਜੇ ਤਾਂ 100 ਕਿਲੋਮੀਟਰ ਵੀ ਨਹੀਂ ਆਏ ਤੇ 200 ਅੱਗੇ ਹੋਰ ਰਹਿੰਦਾ, 300 ਕਿਲੋਮੀਟਰ ਹੈ ਕੀਰਤਪੁਰ ਸਾਹਿਬ ਤੋਂ ਦਿੱਲੀ। ਤੋ ਮਹਾਰਾਜ 100 ਕਿਲੋਮੀਟਰ ਲਗਭਗ ਸਾਡੇ ਅੰਬਾਲੇ ਦੇ ਕੋਲ ਪਹੁੰਚ ਗਏ, 90 ਕਿਲੋਮੀਟਰ।
ਤੋ ਇਥੋਂ ਅੱਗੇ ਅਜੇ 200 ਹੋਰ ਜਾਣਾ ਸੀ। ਰਾਜਾ ਜੈ ਸਿੰਘ ਦਾ ਦੂਤ ਕਹਿੰਦਾ ਮਹਾਰਾਜ ਸਫ਼ਰ ਤਾਂ ਅਜੇ ਬਹੁਤ ਰਹਿੰਦਾ ਹੈ। ਇਸ ਪ੍ਰਕਾਰ ਪਹੁੰਚ ਹੈ ਕਬ ਜੈ ਕੈ। ਜੇ ਇਸ ਤਰ੍ਹਾਂ ਗੁਰੂ ਜੀ ਹਰ ਪੜਾਂ ਤੇ 2-2 4-4 ਦਿਨ ਆਪ ਜੀ ਪੜਾਂ ਕਰਦੇ ਰਹੇ ਤੇ ਦਿੱਲੀ ਕਦੋਂ ਪਹੁੰਚਾਂਗੇ। ਮਗ ਮਹਿ ਦੇਹੋ ਬਹੁ ਕਲ ਬਿਤੈ ਕੈ। ਜੇ ਇਸ ਤਰ੍ਹਾਂ ਰਸਤੇ 'ਚ ਬਹੁਤ ਸਮਾਂ ਬੀਤ ਗਿਆ, ਸੰਗਤਾਂ ਆਪ ਜੀ ਦੀਆਂ ਆਪ ਜੀ ਨੂੰ ਦਰਸ਼ਨਾਂ ਲਈ ਰੋਕਦੀਆਂ ਰਹੀਆਂ। ਚੌਹ ਦਿਸ਼ ਕੀ ਗਨ ਸੰਗਤ ਆਵੈ। ਮਹਾਰਾਜ ਸੰਗਤਾਂ ਤਾਂ ਤੁਹਾਡੇ ਚਰਨਾਂ ਵਿੱਚ ਉੱਤਰ ਦੱਖਣ ਪੂਰਬ ਪੱਛਮ ਸਭ ਦੇਸ਼ਾਂ ਤੋਂ ਆਉਂਦੀਆਂ ਹਨ। ਸਭ ਦਰਸ਼ਨ ਚਿਤ ਚਾਹਤ ਧਾਵੈ। ਔਰ ਸਭ ਦਰਸ਼ਨਾਂ ਦੇ ਲਈ ਆਉਂਦੀਆਂ ਹਨ। ਕਰੋ ਪਾਓ ਆਪ ਕੋ ਐਸੇ। ਮਹਾਰਾਜ ਕੋਈ ਐਸਾ ਉਪਾਅ ਕਰੋ ਵੀ ਸੰਗਤ ਦੀ ਵੀ ਭਾਵਨਾ ਤੁਹਾਡੀ ਦੀ ਪੂਰੀ ਹੋ ਜਾਵੇ ਤੇ ਆਪ ਜੀ ਦਿੱਲੀ ਵੀ ਛੇਤੀ ਪਹੁੰਚ ਜਾਓ। ਮਗ ਮਹਿ ਬਹੁ ਦਿਨ ਬਿਤ ਹੈ ਨਾ ਜੈਸੇ। ਰਸਤੇ 'ਚ ਬਹੁਤੇ ਦਿਨ ਨਾ ਲੱਗਣ। ਸਤਿਗੁਰੂ ਜੀ ਐਸਾ ਕੋਈ ਕੰਮ ਕਰੋ। ਸੁਨ ਸਤਿਗੁਰ ਨੇ ਧੀਰਜ ਦੀਨਿਓ। ਮਹਾਰਾਜ ਰਾਜੇ ਜੈ ਸਿੰਘ ਦੇ ਦੂਤ ਦੀ ਗੱਲ ਸੁਣ ਕੇ ਉਹਨੂੰ ਹੌਸਲਾ ਦਿੰਦੇ ਕਹਿੰਦੇ ਭਾਈ ਪ੍ਰਧਾਨ ਜੀ ਧੀਰਜ ਰੱਖੋ। ਇਮ ਹੀ ਕਰਹਿ ਜਥਾ ਤੁਮ ਚੀਨਿਓ। ਜਿਵੇਂ ਤੁਸੀਂ ਚਾਹੁੰਦੇ ਹੋ ਨਾ ਉਦਾਂ ਹੀ ਹੋ ਜਾਣਾ। ਅਸੀਂ ਇਦਾਂ ਹੀ ਸੋਚ ਰਹੇ ਹਾਂ ਕੋਈ ਐਸਾ ਕੰਮ ਕਰ ਦਈਏ ਬਈ ਦਿੱਲੀ ਅਸੀਂ ਵੀ ਛੇਤੀ ਪਹੁੰਚ ਜਾਈਏ ਤੇ ਸੰਗਤਾਂ ਦੀਆਂ ਭਾਵਨਾਵਾਂ ਵੀ ਪੂਰੀਆਂ ਹੋ ਜਾਣ। ਉਤਰਿਓ ਹੁਤੋ ਜਹਾਂ ਸਭ ਡੇਰਾ। ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਡੇਰਾ ਉਤਰਿਆ ਹੋਇਆ ਸੀ ਤਹਿ ਸਿਕਤਾ ਥਲ ਸੁੰਦਰ ਹੇਰਾ। ਉੱਥੇ ਸਾਧ ਸੰਗਤ ਜੀ ਪੰਜੋਖਰਾ ਸਾਹਿਬ ਜਿਵੇਂ ਆਪ ਜੀ ਨੂੰ ਬੇਨਤੀ ਕੀਤੀ ਆ ਵੀ ਡਾਂਗਰੀ ਨਦੀ ਵਗਿਆ ਕਰਦੀ। ਹੁਣ ਤਾਂ ਨਹੀਂ ਵਗਦੀ ਪਰ ਨਦੀ ਦੀਆਂ ਨਿਸ਼ਾਨੀਆਂ ਉਦਾਂ ਹੀ ਦਿਸਦੀਆਂ ਹਨ। ਆਲੇ ਦੁਆਲੇ ਖੇਤਾਂ ਦੇ ਵਿੱਚ ਮਹਾਂਪੁਰਸ਼ ਬਾਬਾ ਆਤਮਾ ਸਿੰਘ ਜੀ ਦਾਸ ਨੂੰ ਕਈ ਵਾਰੀ ਨਾਲ ਲਿਜਾ ਕੇ ਵੀ ਦਿਖਾ ਦਿੰਦੇ ਸੀਗੇ ਵੀ ਆ ਇਹ ਨਦੀ ਦੀਆਂ ਨਿਸ਼ਾਨੀਆਂ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਬੜੇ ਹੀ ਚਰਨ ਪਾਏ ਆ। ਬੜੀ ਕਲਾ ਪ੍ਰਤੱਖ ਅੱਜ ਵੀ ਉੱਥੇ ਪੰਜੋਖਰਾ ਸਾਹਿਬ ਵਰਤਦੀ ਹੈ। ਸਾਧ ਸੰਗਤ ਜੀ ਗੂੰਗਿਆਂ ਨੂੰ ਉੱਥੋਂ ਜ਼ੁਬਾਨ ਮਿਲਦੀ ਹੈ। ਮੇਰੇ ਵਰਗੇ ਅਨਪੜ੍ਹ ਬੰਦੇ ਜਿਹੜੇ ਸਕੂਲਾਂ 'ਚ ਪੜ੍ਹ ਨਹੀਂ ਸਕਦੇ ਉੱਥੇ ਜਾ ਕੇ ਮੱਥਾ ਟੇਕ ਦੇਣ ਤੇ ਮਹਾਰਾਜ ਕਥਾ ਵਾਲੇ ਬਣਾ ਦਿੰਦਾ ਹੈ। ਐਡੀ ਉੱਥੇ ਪ੍ਰਤੱਖ ਕਲਾ ਹੈ। ਮਹਾਂਪੁਰਸ਼ ਬਾਬਾ ਆਤਮਾ ਸਿੰਘ ਸਾਹਿਬ ਜੀ ਮਹਾਂਪੁਰਸ਼ਾਂ ਨੇ ਆਪ ਜਿਹੜੀ ਹੱਡ ਬੀਤੀ ਕਥਾ ਦਾਸ ਨੂੰ ਸੁਣਾਈ। ਉਹ ਕਹਿੰਦੇ ਵੀ ਜਦੋਂ ਮੇਰਾ ਜਨਮ ਹੋਇਆ ਮੈਂ 6 ਮਹੀਨਿਆਂ ਦਾ ਸੀ ਤੇ ਮੈਂ ਚੜ੍ਹਾਈ ਕਰ ਗਿਆ ਤੇ ਮੇਰੀ ਮਾਤਾ ਜੀ ਜਿਹੜੇ ਸਨ ਉਹ ਮੈਨੂੰ ਚੱਕ ਕੇ ਲਿਆਏ। ਉਦੋਂ ਛੋਟਾ ਦਰਬਾਰ ਹੁੰਦਾ ਸੀਗਾ, ਆਲੇ ਦੁਆਲੇ ਸ਼ੈੱਡ ਪਾਇਆ ਹੁੰਦਾ ਸੀ ਤੇ ਵਿੱਚ ਮਹਾਰਾਜ ਦਾ ਕਮਰਾ ਹੀ ਹੁੰਦਾ ਸੀ ਸੱਚਖੰਡ ਪ੍ਰਕਾਸ਼ ਵਾਲਾ। ਉਹਦੇ ਅੱਗੇ ਰੱਖ ਕੇ ਤੇ ਮਾਤਾ ਜੀ ਪਰਿਕਰਮਾ ਕਰਨ ਲੱਗ ਪਏ ਵੀ ਮਹਾਰਾਜ ਤੁਸੀਂ ਬੱਚਾ ਦਿੱਤਾ ਸੀ ਇਹ ਹੁਣ ਚੜ੍ਹਾਈ ਕਰ ਗਿਆ। ਮਹਾਰਾਜ ਜੀ ਮੈਂ ਕੀ ਕਰਾਂ ਤੇ ਮੇਰਾ ਤਾਂ ਇੱਕੋ ਹੀ ਬੱਚਾ ਤੁਸੀਂ ਦਿੱਤਾ ਤੇ ਉਹ ਵੀ ਖੋਹ ਲਿਆ। ਇੱਦਾਂ ਮਾਤਾ ਵਿਰਾਗ ਕਰਦੀ ਪਰਿਕਰਮਾ ਕਰਦੀ ਅੱਧਾ ਘੰਟਾ ਬੀਤ ਗਿਆ। ਬਾਬਾ ਆਤਮਾ ਸਿੰਘ ਕਹਿੰਦੇ ਮੈਂ ਰੋਣ ਲੱਗ ਪਿਆ। ਮੇਰੀ ਰੋਣ ਦੀ ਆਵਾਜ਼ ਆਈ ਤੇ ਮਾਤਾ ਨੇ ਆ ਕੇ ਚੁੱਕਿਆ। ਐਸੀ ਉੱਥੇ ਕਲਾ ਹੈ ਸਤਿਗੁਰੂ 8ਵੇਂ ਪਾਤਸ਼ਾਹ ਜੀ ਮਹਾਰਾਜ ਦੀ। ਗੂੰਗਿਆਂ ਦੀ ਜ਼ੁਬਾਨ ਅੱਜ ਵੀ ਉੱਥੇ ਚੱਲਦੀ ਹੈ। ਦਾਸ ਦੇ ਵੀ 2 ਬੱਚੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਉੱਥੇ ਕਿਰਪਾ ਹੋਈ ਹੈ। ਹੋਰ ਵੀ ਬੇਅੰਤ ਸਾਧ ਸੰਗਤ ਜੀ ਸੰਗਤਾਂ ਉੱਥੇ ਲਾਹਾ ਲੈਂਦੀਆਂ ਹਨ। ਐਸਾ ਉਹ ਪਵਿੱਤਰ ਸਥਾਨ। 8ਵੇਂ ਪਾਤਸ਼ਾਹ ਜੀ ਮਹਾਰਾਜ ਰਾਜੇ ਜੈ ਸਿੰਘ ਦੇ ਦੂਤ ਦੀ ਗੱਲ ਸੁਣ ਕੇ ਉੱਠੇ ਹਨ। ਸ੍ਰੀ ਸਤਿਗੁਰ ਚਲ ਤਿਸ ਥਲ ਬੈਸੇ। ਆਪਣੇ ਪਰੰਗੇ ਤੋਂ ਉੱਠੇ ਨੇ ਤੇ ਜਾ ਕੇ ਰੇਤੇ 'ਚ ਬੈਠ ਗਏ ਨੇ। ਰੇਤਾ ਬਹੁਤ ਹੈ ਨਦੀ ਦਾ ਸਾਫ਼ ਸੁਥਰਾ, ਕਿਉਂਕਿ ਜਿੱਥੋਂ ਪਾਣੀ ਵਗਦਾ ਹੋਵੇ ਨਾ ਤੇ ਉੱਥੇ ਰੇਤਾ ਹੁੰਦਾ ਹੈ। ਉਹ ਜਿਹੜਾ ਨਦੀ ਦੇ ਕਿਨਾਰੇ ਦਾ ਰੇਤਾ ਉਹਦੇ ਨਾਲ ਖੇਡ ਲੱਗ ਪਏ ਨੇ ਲੀਲਾ ਕਰਨ, ਰੇਤ ਇਕੱਠੀ ਕਰਨ ਲੱਗ ਪਏ ਨੇ। ਸੰਗਤਾਂ ਦਰਸ਼ਨ ਕਰ ਰਹੀਆਂ ਹੱਥ ਜੋੜ ਕੇ ਖੜੀਆਂ ਵੀ ਉਹਨਾਂ ਨੂੰ ਇੱਦਾਂ ਲੱਗਦਾ ਵੀ ਮਹਾਰਾਜ ਬੱਚਿਆਂ ਦੀ ਤਰ੍ਹਾਂ ਰੇਤੇ ਨਾਲ ਖੇਡ ਰਹੇ ਹਨ। ਕਿਉਂਕਿ ਬਾਲ ਅਵਸਥਾ 5.5 ਸਾਲ 6 ਸਾਲ ਦੀ ਅਵਸਥਾ 'ਚ ਬੱਚੇ ਖੇਡਦੇ ਹੁੰਦੇ ਆ ਮਿੱਟੀ ਦੇ ਘਰ ਬਣਾਉਣੇ ਤੇ ਰੇਤੇ ਦੇ। ਉਹਨਾਂ ਨੇ ਸੋਚਿਆ ਵੀ ਸ਼ਾਇਦ ਮਹਾਰਾਜ ਜੀ ਬੱਚਿਆਂ ਦੀ ਤਰ੍ਹਾਂ ਖੇਡਣ ਲੱਗ ਪਏ ਹਨ। ਖੇਲਣ ਲਗੇ ਅਪਰ ਸਿਸਕੈ ਜੈਸੇ। ਜਿਵੇਂ ਛੋਟੇ ਛੋਟੇ ਬੱਚੇ ਖੇਡਦੇ ਹਨ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਜੀ ਖੇਡਣ ਲੱਗ ਪਏ ਹਨ। ਸਹਿਤ ਬਿਭੂਖਨ ਕੋਮਲ ਹਾਥ। ਬੜੇ ਸੋਹਣੇ ਗਹਿਣੇ ਪਾਏ, ਹੱਥਾਂ 'ਚ ਸੋਨੇ ਦੇ ਕੜੇ, ਸੀਸ ਤੇ ਕਲਗੀ ਲਾਈ ਹੋਈ। ਬਾਦਸ਼ਾਹਾਂ ਵਾਲਾ ਮਹਾਰਾਜ ਦਾ ਰਾਜਕੁਮਾਰਾਂ ਵਾਲਾ ਸਰੂਪ ਹੁੰਦਾ ਸੀ ਨਾ। ਮਾਤਾ ਕਿਸ਼ਨ ਕੌਰ ਜੀ
ਬੜਾ ਸ਼ਿੰਗਾਰ ਕੇ ਰੱਖਦੇ ਸਨ। ਬੜਾ ਹੀ ਬਾਦਸ਼ਾਹਾਂ ਵਾਲਾ ਸਰੂਪ ਸੀਗਾ। ਤੇ ਮਹਾਰਾਜ ਜਾ ਕੇ ਨਾ ਤੇ ਰੇਤੇ ਨਾਲ ਖੇਡਣ ਲੱਗੇ ਹਨ। ਸ਼ੁਭ ਕੰਚਨ ਕੇ ਹੀਰਨ ਸਾਥ, ਸੋਨੇ ਦੇ ਕੜੇ ਨੇ ਵਿੱਚ ਹੀਰੇ ਜੜੇ ਹੋਏ ਨੇ। ਛੋਟੇ ਛੋਟੇ ਸੋਹਣੇ ਸੋਹਣੇ ਹੱਥਾਂ ਨਾਲ ਰੇਤਾ ਇਕੱਠਾ ਕਰਦੇ ਹਨ ਪਾਤਸ਼ਾਹ ਜੀ। ਸਿਕਤਾ ਲਗੇ ਸਕੇਲਨ ਰਾਸ, ਤੇ ਮਹਾਰਾਜ ਰੇਤਾ ਇਕੱਠਾ ਕਰੀ ਗਏ ਏਦਾਂ ਢੇਰੀ ਲਾਈ ਗਏ। ਪਰਸਿਓ ਭਰਿਓ ਪ੍ਰਿਥੀ ਚਹੁ ਪਾਸ, ਜਿਹੜਾ ਰੇਤਾ ਨਦੀ ਦਾ ਖਿਲਰਿਆ ਸੀਗਾ ਬਰਾਬਰ ਸੀਗਾ, ਉਹਨੂੰ ਇਕੱਠਾ ਕਰ ਕਰਕੇ ਇੱਕ ਢੇਰ ਲਾ ਲਿਆ ਸਤਿਗੁਰੂ ਜੀ ਨੇ। ਇਤੁਤ ਹਾਥ ਚਲਾਏ ਤੇ ਇਧਰ ਉਧਰ ਹੱਥ ਚਲਾਉਂਦੇ ਆ, ਰੇਤਾ ਏਦਾਂ ਇਕੱਠਾ ਕਰ ਕਰਕੇ ਲਿਆਉਂਦੇ, ਹੱਥਾਂ ਨਾਲ ਧੱਕੀ ਜਾਂਦੇ ਹਨ। ਕਰਿਓ ਢੇਰ ਉਚੋਂ ਤਿਸ ਥਾਏ, ਤੇ ਕਰਦੇ ਐਡਾ ਵੱਡਾ ਢੇਰ ਲਾਤਾ। ਮਹਾਰਾਜ ਨੇ ਆਪਣੇ ਛੋਟੇ ਛੋਟੇ ਹੱਥਾਂ ਨਾਲ ਰੇਤਾ ਇਕੱਠਾ ਕੀਤਾ। ਸਤਿਗੁਰੂ ਜੀ 8ਵੇਂ ਪਾਤਸ਼ਾਹ ਜੀ ਨੇ ਕਹਿੰਦੇ ਰੇਤ ਦਾ ਵੱਡਾ ਸਾਰਾ ਢੇਰ ਲਾ ਦਿੱਤਾ। ਚਹੁੰ ਦਿਸ ਤੇ ਨਿਜ ਕਰ ਸੋ ਪ੍ਰੇਰਤ, ਆਪਣੇ ਹੱਥਾਂ ਨਾਲ ਏਦਾਂ ਧੱਕੀ ਆਉਂਦੇ ਆ ਰੇਤਾ, ਜਿਵੇਂ ਬੱਚੇ ਰੇਤੇ ਨਾਲ ਖੇਡਦੇ ਹੁੰਦੇ ਨਾ, ਲੱਗਦਾ ਏਦਾਂ ਹੀ ਆ ਸੰਗਤਾਂ ਨੂੰ। ਸੰਗਤਾਂ ਦੂਰ ਖੜੀਆਂ ਹੱਥ ਜੋੜ ਕੇ ਵੀ ਕੀ ਲੀਲਾ ਕਰ ਰਹੇ ਨੇ ਦੇਖ ਰਹੀਆਂ ਸੰਗਤਾਂ। ਭਾਈ ਗੁਰਬਖਸ਼ ਵਰਗੇ, ਭਾਈ ਮਤੀ ਦਾਸ ਵਰਗੇ ਸਿੱਖ ਵੀ ਦੇਖ ਰਹੇ ਹਨ, ਮਾਤਾ ਕਿਸ਼ਨ ਕੌਰ ਜੀ ਵੀ ਦੇਖ ਰਹੇ ਹਨ, ਪੰਜੋਖਰੇ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ, ਕਾਬਲ ਦੀਆਂ ਸੰਗਤਾਂ, ਹੋਰ ਸੰਗਤਾਂ ਦੇਖ ਰਹੀਆਂ ਹਨ। ਹਜ਼ਾਰਾਂ ਸੰਗਤਾਂ ਵਿੱਚ ਸਤਿਗੁਰੂ ਜੀ ਦਰਿਆ ਦਾ ਰੇਤਾ, ਨਦੀ ਡਾਂਗਰੀ ਦਾ ਰੇਤਾ ਵੀ, ਉਹ ਸਾਧ ਸੰਗਤ ਜੀ ਡਾਂਗਰੀ ਵੀ ਧੰਨ ਹੋ ਗਈ ਹੈ। ਜਿੱਥੇ ਪਹਿਲਾਂ 8ਵੇਂ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਪਏ ਨੇ, ਫਿਰ ਭਾਈ ਜੈਤਾ ਜੀ ਸਤਿਗੁਰੂ 9ਵੇਂ ਪਾਤਸ਼ਾਹ ਦਾ ਸੀਸ ਲੈ ਕੇ ਵਿੱਚੋਂ ਲੰਘੇ ਨੇ। ਫਿਰ 10ਵੇਂ ਪਾਤਸ਼ਾਹ ਨੇ ਗੁਰਦੁਆਰਾ ਸਤਸੰਗਤ ਸਾਹਿਬ ਉਹਦੇ ਨਦੀ ਦੇ ਕਿਨਾਰੇ ਤੇ ਪੜਾਂ ਕੀਤਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਜੀ ਡਾਂਗਰੀ ਨਦੀ ਦਾ ਰੇਤਾ ਇਕੱਠਾ ਕਰ ਕਰਕੇ ਵੱਡਾ ਢੇਰ ਲਾਈ ਜਾਂਦੇ ਹਨ। ਇੱਕ ਸਮ ਕਰਿਓ ਦਾਸ ਗਨ ਹੇਰਤ, ਤੇ ਸਾਰਾ ਢੇਰ ਵੱਡਾ ਉੱਚਾ ਇੱਕੋ ਜਿਹਾ ਕਰ ਲਿਆ ਤੇ ਉਹਨੂੰ ਏਦਾਂ ਹੱਥਾਂ ਨਾਲ ਥਾਪੜ ਕੇ ਥੜਾ ਬਣਾ ਦਿੱਤਾ ਹੈ ਰੇਤੇ ਦਾ। ਜਾਨ ਹੈ ਬਾਲਕ ਲੀਲਾ ਕਰਹੀ, ਸੇਵਾਦਾਰ ਖੜੇ ਦੇਖ ਰਹੇ ਨੇ, ਰਾਜੇ ਦਾ ਦੂਤ ਵੀ ਦੇਖ ਰਿਹਾ ਹੈ, ਸੰਗਤਾਂ ਦੇਖ ਰਹੀਆਂ, ਇਹੀ ਸੋਚ ਰਹੀਆਂ ਵੀ ਬਾਲ ਲੀਲਾ ਕਰ ਰਹੇ ਨੇ, ਖੇਡ ਰਹੇ ਨੇ। ਮਹਾਰਾਜ ਜੀ ਕੋ ਬੈਠੋ ਕੋ ਖਰੋ ਨਿਹਰਹੀ, ਕੋਈ ਖੜ ਕੇ ਦੇਖ ਰਿਹਾ ਤੇ ਕੋਈ ਬਹਿ ਕੇ, ਜਿਹੜੇ ਬਜ਼ੁਰਗ ਨੇ ਉਹ ਬਹਿ ਗਏ ਨੇ, ਕਿਉਂਕਿ ਕਿੰਨਾ ਹੀ ਚਿਰ ਲੱਗੇ ਰਹੇ ਖੇਡਣ। ਮਹਾਰਾਜ ਰੇਤੇ ਨਾਲ ਕੋਈ ਘੰਟਾ 2 ਘੰਟਾ ਰੇਤਾ ਹੀ ਇਕੱਠਾ ਕਰੀ ਗਏ। ਸਿਕਤਾ ਢੇਰ ਲਾਏ ਗੁਰ ਕਹੈ, ਤੇ ਜਦੋਂ ਢੇਰ ਲੱਗ ਗਿਆ ਵੱਡਾ ਸਾਰਾ ਤੇ ਉਹਨੂੰ ਥਾਪੜ ਦਿੱਤਾ ਛੋਟੇ ਛੋਟੇ ਹੱਥਾਂ ਨਾਲ, ਉਦੋਂ ਸੱਚੇ ਪਾਤਸ਼ਾਹ ਜੀ ਬਚਨ ਕੀਤਾ ਹੈ, ਜੋ ਸਿੱਖ ਹਮ ਕੋ ਹੇਰਿਓ ਚਾਹੈ, ਲਿਆ ਕੇ ਛੋਟਾ ਜਿਹਾ ਨਿਸ਼ਾਨ ਸਾਹਿਬ ਵਿੱਚ ਗੱਡ ਦਿੱਤਾ। ਤੇ ਕਹਿੰਦੇ ਭਾਈ ਜਿਹੜਾ ਸਿੱਖ ਸਾਡੇ ਦਰਸ਼ਨ ਕਰਨੇ ਚਾਹੁੰਦਾ ਹੈ, ਸੋ ਇਸ ਥਾਨ ਲਗੋ ਚੱਲ ਆਏ, ਉਦੋਂ ਇਹ ਹੁਕਮ ਹੈ ਵੀ ਇੱਥੇ ਆ ਜਾਵੇ। ਇਹ ਜੋ ਸਾਡੇ ਹੱਥ ਦਾ ਨਿਸ਼ਾਨ ਸਾਹਿਬ ਹੈ, ਇਹਦੇ ਦਰਸ਼ਨ ਕਰ ਲਵੇ, ਪੰਜੋਖਰਾ ਸਾਹਿਬ ਦੇ ਸਥਾਨ ਦੇ ਦਰਸ਼ਨ ਕਰ ਲਵੇ। ਕਰਹਿ ਭਾਵਨਾ ਸੀਸ ਨਿਵਾਏ, ਔਰ ਜਿਹੜੀ ਵੀ ਭਾਵਨਾ ਦੇ ਨਾਲ ਅਰਦਾਸ ਕਰੇਗਾ ਉਹਦੀ ਉਹ ਭਾਵਨਾ ਇੱਥੋਂ ਪੂਰੀ ਹੋ ਜਾਏਗੀ। ਜੋ ਵੀ ਸਿੱਖ ਇਹ ਸੋਚੇਗਾ ਵੀ ਮੈਨੂੰ ਆਹ ਚਾਹੀਦਾ ਹੈ, ਜੋ ਵੀ ਮੰਗੇਗਾ, ਭਾਵੇਂ ਉਹ ਸੰਸਾਰੀ ਵਸਤੂਆਂ ਚਾਹੀਦੀਆਂ, ਭਾਵੇਂ ਪਰਮਾਰਥੀ, ਇਥੋਂ ਸਭ ਦਾਤਾਂ ਮਿਲਣਗੀਆਂ। ਲਿਆਏ ਉਪਾਇਨ ਜੋ ਹਮ ਕਾਰਨ, ਜਿਹੜਾ ਕੋਈ ਸਿੱਖ ਸਾਡੇ ਲਈ ਪ੍ਰੇਮ ਭੇਟਾ ਲੈ ਕੇ ਆਵੇ, ਅਰਪ ਹੈ ਇਹਾ ਹੋਏ ਦੁਖ ਟਾਰਨ। ਇੱਥੇ ਮਹਾਰਾਜ ਕਹਿੰਦੇ ਸਥਾਨ ਤੇ ਅਰਪਣ ਕਰ ਦੇਵੇ, ਲੰਗਰ ਦੀ ਸੇਵਾ ਕਰੇ, ਦੇਗ ਦੀ ਸੇਵਾ ਕਰੇ, ਕੋਈ ਕਿਸੇ ਤਰ੍ਹਾਂ ਦੀ ਟਹਿਲ ਕਰੇ, ਉਹਦੀ ਪ੍ਰਵਾਨ ਹੋ ਜਾਏਗੀ। ਖਰੋ ਹੋਏ ਅਰਦਾਸ ਕਰਾਵੇ, ਇੱਥੇ ਖੜ ਕੇ ਅਰਦਾਸ ਕਰਾਵੇ। ਸਾਡਾ ਸਥਾਨ ਹੈ ਇਹ, ਸਾਡਾ ਨਿਸ਼ਾਨ ਸਾਹਿਬ ਹੈ ਇਹ, ਸੋ ਨਰ ਹਮਰੇ ਪਾਸ ਪੁਚਾਵੇ। ਸਮਝੋ ਜਿਹੜਾ ਇੱਥੇ ਅਰਦਾਸ ਕਰਾ ਦੇਗਾ, ਕੋਈ ਭੇਟਾ ਅਰਪਣ ਕਰੇਗਾ, ਉਹ ਸਾਡੇ ਕੋਲ ਪਹੁੰਚੇਗੀ। ਨਿਸ਼ਚਾ ਧਰਹਿ ਇਹਾ ਲਗ ਆਏ, ਇੱਥੇ ਨਿਸ਼ਚੇ ਨਾਲ ਆ ਜਾਵੇ। ਪੰਜੋਖਰਾ ਸਾਹਿਬ ਇੰਨਾ ਵਿਸ਼ਵਾਸ ਕਰਕੇ ਆ ਜਾਵੇ ਵੀ ਗੁਰੂ ਸਾਹਿਬ 8ਵੇਂ ਪਾਤਸ਼ਾਹ ਨੂੰ ਮਿਲਣ ਚੱਲਿਆ ਹਾਂ, ਉਹਨੂੰ ਸਾਡੇ ਦਰਸ਼ਨ ਹੋ ਜਾਣਗੇ। ਆਗੇ ਧਰਹਿ ਨਹੀਂ ਪੁਨ ਪਾਏ, ਕਹਿੰਦੇ ਉਹ ਇੱਥੇ ਆ ਕੇ ਸਾਡੇ ਦਰਸ਼ਨ ਕਰ ਲਵੇ। ਹੁਣ ਅਸੀਂ ਅੱਗੇ ਦਿੱਲੀ ਚੱਲੇ ਆਂ,
ਅੱਗੇ ਜਾਣ ਦੀ ਹੁਣ ਤੁਸੀਂ ਭਾਈ ਖੇਚਲ ਨਹੀਂ ਕਰਨੀ। ਅੱਗੇ ਨਹੀਂ ਕਿਸੇ ਨੇ ਜਾਣਾ। ਜਿਹੜੇ ਕਾਬਲ ਦੇ, ਕਸ਼ਮੀਰ ਦੇ, ਹੋਰ ਜਲਾਲਾਬਾਦ ਦੇ, ਪਿਸ਼ਾਵਰ ਦੇ, ਮਾਝੇ ਦੇ, ਦੁਆਬੇ ਦੇ ਸਿੱਖ ਆ ਰਹੇ ਨੇ, ਉਹਨਾਂ ਸਾਰਿਆਂ ਨੂੰ ਹੁਕਮ ਹੈ ਇੱਥੋਂ ਮੱਥਾ ਟੇਕ ਕੇ ਵਾਪਸ ਚਲੇ ਜਾਓ। ਇਹ ਨਿਸ਼ਾਨ ਸਾਹਿਬ ਸਾਡੇ ਹੱਥ ਦਾ ਗੱਡਿਆ ਰਹੇਗਾ, ਇੱਥੇ ਸਾਡਾ ਸਥਾਨ ਬਣੇਗਾ। ਸਾਧ ਸੰਗਤ ਜੀ, ਇਸ ਪਿੰਡ ਦਾ ਇੱਕ ਸਿੱਖ ਬਾਬਾ ਪੁਰਸ਼ਾਤਮਾ ਸਿੰਘ ਜੀ ਨੇ ਕਈ ਬਚਨ ਸੁਣਾਏ। ਕਹਿੰਦੇ ਇਸ ਪਿੰਡ ਦਾ ਇੱਕ ਸਿੱਖ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਹੋਇਆ। ਉਹਨੇ ਬੜੀ ਭਾਵਨਾ ਦੇ ਨਾਲ, ਜਦੋਂ ਬੌਲੀ ਸਾਹਿਬ ਬਣ ਰਹੀ ਸੀ ਨਾ ਸ੍ਰੀ ਗੋਇੰਦਵਾਲ ਸਾਹਿਬ, ਉਦੋਂ ਬੜੇ ਪ੍ਰੇਮ ਦੇ ਨਾਲ ਉਹ ਨਗਰ ਤੋਂ ਇੱਟਾਂ ਲੈ ਕੇ ਗਿਆ। ਇੱਟਾਂ ਪਿੰਡ 'ਚ ਬਣਵਾਈਆਂ, ਜਾਂ ਥੋੜ੍ਹੀਆਂ ਇੱਟਾਂ 5, 10, 20 ਇੱਟਾਂ ਵੀ ਜਿੰਨਾ ਕੁ ਲਿਜਾ ਸਕਦਾ ਸੀ ਵੀ ਉੱਥੇ ਬੌਲੀ ਸਾਹਿਬ ਨੂੰ ਲੱਗਣਗੀਆਂ। ਜਦੋਂ ਉਹ ਗਿਆ ਤੇ ਬੌਲੀ ਬਣ ਗਈ। ਜਦੋਂ ਬਣ ਗਈ, ਤੀਸਰੇ ਪਾਤਸ਼ਾਹ ਨੂੰ ਉਹਨੇ ਕਿਹਾ, ਮਹਾਰਾਜ ਮੈਂ ਤਾਂ ਇੱਟਾਂ ਲੈ ਕੇ ਆਇਆ ਸੀ, ਪੰਜੋਖਰੇ ਪਿੰਡ ਦਾ ਰਹਿਣ ਵਾਲਾ, ਅੰਬਾਲੇ ਦੇ ਲਾਗੇ। ਮਹਾਰਾਜ ਕਹਿੰਦੇ ਭਾਈ ਇੱਦਾਂ ਕਰ, ਇੱਟਾਂ ਲੈ ਜਾ ਵਾਪਸ, ਆਪਣੇ ਪਿੰਡ ਜਾ ਕੇ ਖੂਹ ਲਵਾ ਦੇ। 8ਵੇਂ ਜਾਮੇ 'ਚ ਅਸੀਂ ਉੱਥੇ ਆ ਕੇ ਇਸ਼ਨਾਨ ਕਰਾਂਗੇ। ਉਹ ਖੂਹ ਵੀ ਉੱਥੇ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਲੱਗਾ ਹੋਇਆ ਪੁਰਾਤਨ, ਭਾਵੇਂ ਹੁਣ ਬਹੁਤੀ ਸੰਭਾਲ ਨਹੀਂ ਉਹ ਸਿੱਖ ਕਰਦੇ, ਕਿਉਂਕਿ ਆ ਜਦੋਂ ਦੀਆਂ ਕਮੇਟੀਆਂ ਆ ਗਈਆਂ ਨਾ, ਕਮੇਟੀਆਂ ਨੇ ਸਾਰੇ ਕੰਮ ਹੀ ਸਮੇਟ ਛੱਡੇ। ਪੁਰਾਤਨ ਇਤਿਹਾਸ ਦੀਆਂ ਚੀਜ਼ਾਂ ਦਾ ਬਹੁਤਾ ਖਿਆਲ ਨਹੀਂ ਕਰਦੇ, ਪਰ ਉਹ ਖੂਹ ਅਜੇ ਮੌਜੂਦ ਹੈ। ਇਹ ਮਹਾਰਾਜ ਦੀ ਕਿਰਪਾ ਵੀ ਅਜੇ ਉਹ ਪੂਰਿਆ ਨਹੀਂ, ਪਰ ਉਹਦੇ 'ਚ ਪਹਿਲਾਂ ਜਲ ਵਰਤਦੇ ਹੁੰਦੇ ਸੀ। ਅਸੀਂ ਵੀ ਇਸ਼ਨਾਨ ਕਰਦੇ ਰਹੇ ਹਾਂ ਛੋਟੇ ਹੁੰਦੇ। ਬਾਬਾ ਜੀ ਸਿੰਘ ਸਾਹਿਬ, ਬਾਬਾ ਸੰਤਾ ਸਿੰਘ ਜੀ ਅਕਾਲੀ 96 ਕਰੋੜੀ ਮਹਾਂਪੁਰਸ਼ ਜਦੋਂ ਦਲ ਦੇ ਨਾਲ ਆਉਂਦੇ ਸੀ ਨਾ, ਇੱਕ ਇੱਥੇ ਬੜਾ ਸੋਹਣਾ ਦੀਵਾਨ ਲਾਇਆ ਕਰਨਾ, ਤੇ ਬਾਬਾ ਜੀ ਨੇ ਕਥਾ ਕਰਿਆ ਕਰਨੀ। ਅਸੀਂ ਛੋਟੇ ਛੋਟੇ ਹੁੰਦੇ ਨਾਲ ਬਾਬਾ ਜੀ ਦੇ ਦਲ ਪੰਥ ਦੇ, ਤੇ ਉਸ ਖੂਹ ਤੇ ਫਿਰ ਇਸ਼ਨਾਨ ਕਰਨਾ, ਗੁਰੂ ਮਹਾਰਾਜ ਤੀਸਰੇ ਪਾਤਸ਼ਾਹ ਦੇ ਸਮੇਂ ਦਾ ਜੋ ਖੂਹ ਹੈ। ਸੋ ਇਸ ਤਰ੍ਹਾਂ ਇਹ 8ਵੇਂ ਪਾਤਸ਼ਾਹ ਜੀ ਬਾਲਾ ਪ੍ਰੀਤਮ ਜੀ ਇੱਥੇ ਇਸ਼ਨਾਨ ਵੀ ਕੀਤਾ। ਖੂਹ ਵੀ ਮਹਾਰਾਜ ਦਾ ਮੌਜੂਦ ਸੀ। ਦੂਜਾ ਨਿਸ਼ਾਨ ਸਾਹਿਬ ਲਾਤਾ ਵੀ ਇਹ ਸਾਡੀ ਨਿਸ਼ਾਨੀ ਹੈ, ਆਓ ਭਾਈ ਇੱਥੇ ਸਮਾਂ ਆਏਗਾ ਗੁਰੂ ਘਰ ਬਣ ਜਾਏਗਾ। ਬਾਅਦ 'ਚ ਫਿਰ ਸਿੰਘਾਂ ਨੇ ਗੁਰਦੁਆਰੇ ਬਣਾ ਤੇ। ਮਿਸਲਾਂ ਦੇ ਸਮੇਂ ਮਹਾਰਾਣੀ ਦਇਆ ਕੌਰ ਜੀ ਹੋਏ ਨੇ ਨਿਸ਼ਾਨਾ ਵਾਲੀ ਮਿਸਲ ਦੇ, ਉਹਨਾਂ ਦਾ ਪਤੀ ਗੁਰਬਖਸ਼ ਸਿੰਘ ਹੋਇਆ। ਉਹ ਸਾਧ ਸੰਗਤ ਜੀ, ਇਹ ਪੰਜੋਖਰਾ ਸਾਹਿਬ ਇੱਕ ਲੜਾਈ ਹੋਈ ਸੀ ਤੁਰਕਾਂ ਨਾਲ, ਉਹ ਸਿੰਘ ਉੱਥੇ ਸ਼ਹੀਦ ਹੋ ਗਿਆ ਸੀਗਾ। ਰਾਣੀ ਦਇਆ ਕੌਰ ਅੰਬਾਲੇ ਵਿੱਚ ਗੁਰਦੁਆਰਾ ਸੰਗਤ ਸਾਹਿਬ ਹੈ, ਉਹਦੇ ਲਾਗੇ ਉਹਦੀ ਬੜਾ ਵੱਡੀ ਕਿਲ੍ਹਾ ਸੀ, ਉਹਦਾ ਹਵੇਲੀ ਸੀ। ਹੁਣ ਤਾਂ ਸਭ ਕਿਲੇ ਕੁਲੇ ਢਹਿ ਗਏ, ਸਿੱਖਾਂ ਦੇ ਰਾਜ ਖਤਮ ਹੋ ਗਏ ਬਹੁਤ ਸਮੇਂ ਪਹਿਲਾਂ। ਸੋ ਉਹ ਰਾਣੀ ਨੇ ਇਹ ਗੁਰਦੁਆਰੇ ਸਾਰੇ, ਮੰਜੀ ਸਾਹਿਬ, ਬਾਦਸ਼ਾਹੀ ਬਾਗ, ਸੰਗਤ ਸਾਹਿਬ, ਜਿੰਨੇ ਗੁਰਦੁਆਰੇ ਇਤਿਹਾਸੀ ਸਾਰੇ, ਭਾਈ ਜੈ ਸਿੰਘ ਜੀ ਨਿਹੰਗ ਸਿੰਘ ਸੀ ਇੱਕ ਮਹਾਂਪੁਰਸ਼ ਪੌਂਟਾ ਸਾਹਿਬ ਦੇ, ਉਹਨਾਂ ਨੂੰ ਲਿਆਂਦਾ ਸੀ। ਉਹਨਾਂ ਨੇ ਸਾਰੇ ਗੁਰਦੁਆਰਿਆਂ ਦੀ ਸੇਵਾ ਅੱਜ ਤੋਂ 250 ਸਾਲ ਪਹਿਲਾਂ ਕਰਾਈ ਸੀ। ਮਹਾਰਾਣੀ ਦਇਆ ਕੌਰ ਜੀ ਬਹੁਤ ਤਿਆਰ ਬਰ ਤਿਆਰ ਰਾਣੀ ਹੋਈ ਹੈ। ਸੋ ਇਸ ਤਰ੍ਹਾਂ ਇਹ ਅਸਥਾਨ ਮਹਾਰਾਜ ਕਹਿੰਦੇ ਪ੍ਰਗਟ ਹੋ ਜਾਏਗਾ, ਪਰ ਅਜੇ ਅਸੀਂ ਨਿਸ਼ਾਨ ਸਾਹਿਬ ਲਾ ਚੱਲੇ ਹਾਂ। ਇਹਦੇ ਦਰਸ਼ਨ ਕਰੋਗੇ ਸਾਧ ਸੰਗਤ ਜੀ। ਹੁਣ ਵੀ ਉਹ ਨਿਸ਼ਾਨ ਸਾਹਿਬ ਉੱਥੇ ਹੀ ਹੈ। ਕਾਰ ਸੇਵਾ ਵਾਲੇ ਬਾਬੇ ਲੱਗੇ ਸੀ ਪੱਟਣ ਵਿੱਚ, ਬਾਹਰ ਕੱਢ ਦਈਏ, ਉਹ ਬਿਲਡਿੰਗ ਵੱਡੀ ਕਰਨੀ ਹੈ, ਪਰ ਉੱਥੋਂ ਦੀਆਂ ਸੰਗਤਾਂ, ਉੱਥੋਂ ਦੇ ਸਿੰਘ, ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਹਨ, ਹੋਰ ਪ੍ਰੇਮੀ ਸਿੰਘ ਹਨ, ਉਹਨਾਂ ਸਾਰਿਆਂ ਸਿੰਘਾਂ ਨੇ, ਪਿੰਡ ਦੀਆਂ ਸੰਗਤਾਂ ਨੇ, ਸਾਰਿਆਂ ਨੇ ਅਸੀਂ ਇਕੱਤਰ ਹੋ ਕੇ ਬੇਨਤੀ ਕੀਤੀ ਵੀ ਮਹਾਰਾਜ ਦੇ ਹੱਥ ਦਾ ਲਾਇਆ ਹੋਇਆ ਜੋ ਨਿਸ਼ਾਨ ਸਾਹਿਬ ਹੈ, ਇਹਨੂੰ ਜਗ੍ਹਾ ਤੋਂ ਨਹੀਂ ਬਦਲਿਆ ਜਾ ਸਕਦਾ। ਹੋਰ ਤੁਸੀਂ ਬੇਸ਼ੱਕ ਜਿੰਨੇ ਮਰਜ਼ੀ ਨਿਸ਼ਾਨ ਸਾਹਿਬ ਲਾਓ, ਪਰ ਜਿਹੜਾ ਸਤਿਗੁਰਾਂ ਦੇ ਹੱਥ ਦਾ ਜਿਹੜੀ ਜਗ੍ਹਾ ਤੇ ਲੱਗਾ ਹੈ, ਉੱਥੇ ਹੀ ਨਿਸ਼ਾਨ ਸਾਹਿਬ। ਖੈਰ ਮਹਾਂਪੁਰਸ਼ ਮੰਨ ਗਏ ਕਾਰ ਸੇਵਾ ਵਾਲੇ, ਉਹ ਦਰਬਾਰ ਦੇ ਅੰਦਰ ਆ ਗਿਆ ਹੁਣ, ਪਰ ਨਿਸ਼ਾਨ ਸਾਹਿਬ ਉੱਥੇ ਹੀ ਹੈ ਜਿੱਥੇ ਸਤਿਗੁਰੂ ਜੀ ਨੇ ਲਾਇਆ ਸੀ। ਸੋ ਇਸ ਤਰ੍ਹਾਂ ਮਹਾਰਾਜ ਬਚਨ ਕੀਤਾ, ਇਸ ਜਗ੍ਹਾ ਜਿਹੜਾ ਇਸ ਨਿਸ਼ਾਨ ਦੇ ਦਰਸ਼ਨ ਕਰੇਗਾ ਉਹਨੂੰ ਸਾਡੇ ਦਰਸ਼ਨ ਹੋਣਗੇ। ਜੋ ਹਮ ਦਰਸ਼ਨ ਲਾਭ ਵਿਸਾਲੇ, ਜਿਹੜਾ ਸਾਡੇ ਦਰਸ਼ਨਾਂ ਦਾ ਲਾਭ ਹੈ, ਇਸ ਥਲ ਦਰਸੇ ਲਹਿ ਸੁਖਾਲੇ, ਇਸ ਜਗ੍ਹਾ ਦੇ ਦਰਸ਼ਨ ਕਰਕੇ ਉਸ ਫਲ ਪ੍ਰਾਪਤ ਸੌਖਾ ਹੀ ਹੋ ਜਾਵੇਗਾ। ਹਮਰੀ ਆਗਿਆ ਕੋ ਇਮ ਜਾਣੈ, ਇਹ ਸਾਡੀ ਆਗਿਆ ਹੈ, ਇਸ ਤਰ੍ਹਾਂ ਜਾਣ ਲਵੇ। ਇਸ ਥਲ ਤੇ ਨਹਿ ਅਗਰ ਭਿਆਨੈ, ਮਹਾਰਾਜ ਕਹਿੰਦੇ ਇਸ ਤੋਂ ਅੱਗੇ ਨਾ ਜਾਵੇ ਕੋਈ ਵੀ ਸੰਗਤ, ਜਿਹੜੀ ਵੀ ਕਾਬਲ ਵੱਲੋਂ, ਕੰਧਾਰ ਵੱਲੋਂ, ਕਿਤੋਂ ਵੀ ਸੰਗਤ ਆ ਰਹੀ ਹੈ,
ਉਹ ਸੰਗਤ ਇੱਥੇ ਹੀ ਪੁੜਾਂ ਕਰ ਲਵੇ। ਜਿਮ ਹਮ ਸੋ ਮਿਲ ਪ੍ਰੇਮ ਵਢਾਏ। ਜਿਵੇਂ ਭਾਈ ਸਾਨੂੰ ਮਿਲਦੇ ਹੋ, ਸਾਡੇ ਨਾਲ ਪ੍ਰੇਮ ਕਰਦੇ ਹੋ, ਏਦਾਂ ਇਸ ਨਿਸ਼ਾਨ ਸਾਹਿਬ ਨਾਲ ਪ੍ਰੇਮ ਕਰਨਾ ਹੈ। ਤਿਮ ਇਸ ਥਲ ਤੇ ਫਲ ਕੋ ਪਾਏ। ਜਿਹੜੇ ਸਾਡੇ ਕੋਲੋਂ ਸ਼ਰਧਾ ਰੱਖਦੇ ਵੀ ਗੁਰੂ ਸਾਹਿਬ ਤੋਂ ਆਹ ਫਲ ਮਿਲਣਾ, ਇੱਥੋਂ ਮਿਲਣਗੇ ਉਹ ਫਲ, ਸਾਰੀਆਂ ਪ੍ਰਾਪਤੀਆਂ ਹੋਣਗੀਆਂ। ਗਨ ਸਿੱਖਨ ਸੁਖ ਦੈਬੇ ਕਾਰਨ। ਬੇਅੰਤ ਸਿੱਖਾਂ ਨੂੰ ਰਹਿੰਦੀ ਦੁਨੀਆ ਤੱਕ ਫਲ ਦੇਣ ਵਾਸਤੇ ਸਭਨ ਸੁਨਾਵਤ ਕੀਨ ਉਚਾਰਨ। ਸਤਿਗੁਰੂ ਜੀ ਨੇ ਇਹ ਵਰ ਦੇਤਾ ਹੈ ਧਰਤੀ ਨੂੰ, ਪੰਜੋਖਰਾ ਸਾਹਿਬ ਦੀ ਨੂੰ। ਸਾਧ ਸੰਗਤ ਜੀ, ਤੁਹਾਡੇ ਚੋਂ ਹੋ ਸਕਦਾ ਹੈ ਬਹੁਤ ਗੁਰਮੁਖਾਂ ਨੇ ਦਰਸ਼ਨ ਕੀਤੇ ਹੋਣ, ਸਾਡਾ ਤਾਂ ਖੈਰ ਜਨਮ ਹੀ ਉੱਥੇ ਦਾ ਹੈ। ਮਹਾਰਾਜ ਨੇ ਬੜੀਆਂ ਹੀ ਬਖਸ਼ਿਸ਼ਾਂ, ਦਰਸ਼ਨ ਦਿਦਾਰੇ, ਕਥਾ ਵੀ ਉੱਥੋਂ ਹੀ ਪ੍ਰਾਪਤ ਹੋਈ, ਵਿਦਿਆ ਵੀ। ਸਾਡੇ ਮਾਤਾ ਜੀ ਕਹਿੰਦੇ, ਮਹਾਰਾਜ ਇਹਨੂੰ ਚਿੱਠੀ ਪੜ੍ਹਨ ਜੋਗਾ ਬਣਾ ਦਿਓ। ਸਕੂਲ 'ਚ ਮੈਂ 2 ਵਾਰੀ ਗਿਆ, 2 ਵਾਰੀ ਮਾਸਟਰ ਨਾਲ ਲੜ ਕੇ ਆ ਗਿਆ। ਮਾਸਟਰ ਕਹਿੰਦੇ ਬਾਣਾ ਲਾ ਕੇ ਆ, ਮੈਂ ਕਿਹਾ ਮੈਂ ਬਾਣਾ ਨਹੀਂ ਲਾਣਾ। ਉਹ ਸੀਗੇ ਦੂਜੇ ਮੱਤ ਦੇ, ਉਹ ਕਹਿੰਦੇ ਵੀ ਇਹ ਬਾਣਾ ਤੇਰੇ ਨਿਆਣੇ ਤੇਰੇ ਬਾਰੇ ਵੇਖੀ ਜਾਂਦੇ ਸਾਰੇ। ਉਹ ਮਾਤਾ ਕਹਿੰਦੀ ਮਹਾਰਾਜ ਇਹਨੂੰ ਚਿੱਠੀ ਜੋਗਾ ਬਣਾ ਦਿਓ। ਤੇ ਉੱਥੋਂ ਮਹਾਰਾਜ ਨੇ ਇਹ ਬਾਣੀ ਦੀ ਕਥਾ ਦੀ ਸੇਵਾ ਦੇਤੀ ਤੇ ਸਾਧ ਸੰਗਤ ਦੇ ਦਰਸ਼ਨ ਕਰ ਰਹੇ ਆ। ਇਹ ਐਸਾ ਸਥਾਨ ਹੈ, ਹਾਜ਼ਰ ਨਾਜ਼ਰ ਹੈ ਪੰਜੋਖਰਾ ਸਾਹਿਬ। ਹਾਂਜੀ, ਇੱਕ ਨਿਸ਼ਾਨ ਤਹਿ ਖਰੋ ਕਰਾਏ। ਇੱਕ ਨਿਸ਼ਾਨ ਸਾਹਿਬ ਆਪਣੇ ਹੱਥ ਨਾਲ ਉਹ ਜਿਹੜਾ ਰੇਤਾ ਇਕੱਠਾ ਕੀਤਾ ਸੀ ਉਹਦੇ ਵਿੱਚ ਖੜਾ ਕਰ ਦਿੱਤਾ ਹੈ। ਕੁਛ ਕਿ ਸਿੱਖ ਤਿਸ ਥਾਨ ਟਿਕਾਏ। ਤੇ ਕੁਝ ਸਿੱਖ ਉੱਥੇ ਮਹਾਰਾਜ ਨੇ ਪਹਿਰੇ ਤੇ ਛੱਡ ਦਿੱਤੇ ਵੀ ਇੱਥੇ ਸਥਾਨ ਨਿਸ਼ਾਨ ਸਾਹਿਬ ਦੀ ਸੇਵਾ ਵੀ ਕਰਨੀ ਹੈ ਤੇ ਇੱਥੇ ਪ੍ਰਚਾਰ ਵੀ ਕਰਨਾ ਹੈ। ਉੱਥੇ ਅਜੇ ਤੱਕ ਵੀ ਇੱਕ ਮਸੰਦਾਂ ਦੀ ਫੈਮਿਲੀ ਚੱਲੀ ਆਉਂਦੀ ਹੈ। ਜਿਹੜੇ ਗੁਰੂ ਘਰ ਦੇ ਮਸੰਦ ਸੀ ਨਾ, ਉਹ ਸੇਵਾ ਕਰਿਆ ਕਿ ਉਹਦਾ ਪਰਿਵਾਰ ਚੱਲਿਆ ਆਉਂਦਾ ਹੈ। ਉਹਨਾਂ ਵਿੱਚ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨੇ, ਉਹ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਕੋਲੋਂ ਗੁਰਬਾਣੀ ਦੀ ਸੰਥਿਆ ਲਈ। ਹੋਰ ਵੀ ਬੜੇ ਸਿੰਘ ਉੱਥੇ, ਬਾਬਾ ਜੈ ਸਿੰਘ ਜੀ ਇੱਕ ਮਹਾਂਪੁਰਸ਼ ਟਕਸਾਲ ਦੇ ਹੋਏ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਆਤਮਾ ਸਿੰਘ ਜੀ, ਇੱਦਾਂ ਹੀ ਬੜੇ ਬੜੇ ਕਰਨੀਆਂ ਵਾਲੇ ਸਾਧੂ ਉਸ ਪਿੰਡ ਦੇ ਵਿੱਚ ਪੁਰਾਤਨ ਸਮੇਂ ਤੋਂ ਚੱਲੇ ਆਏ ਹਨ। ਹਿਮ ਸਤਿਗੁਰ ਜਬ ਕੀਨ ਬਖਾਨੀ। ਇਸ ਤਰ੍ਹਾਂ ਜਦੋਂ ਮਹਾਰਾਜ ਜੀ ਨੇ ਬਚਨ ਕੀਤਾ ਹੈ, ਧੰਨ ਧੰਨ ਕਹਿ ਸਭ ਨਰ ਬਾਣੀ। ਉਸ ਵੇਲੇ ਸਭ ਕਹਿੰਦੇ ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ। ਅਸੀਂ ਤਾਂ ਸਮਝਦੇ ਸੀ ਵੀ ਬਾਲ ਲੀਲਾ ਕਰ ਰਹੇ ਨੇ, ਬੱਚੇ ਦੀ ਤਰ੍ਹਾਂ ਖੇਡ ਰਹੇ ਨੇ, ਪਰ ਇਹ ਗੱਲ ਦਾ ਤਾਂ ਹੁਣ ਪਤਾ ਲੱਗਾ ਵੀ ਇਹ ਰੇਤਾ ਕਿਉਂ ਇਕੱਠਾ ਕੀਤਾ ਸੀ, ਕਿਉਂ ਨਿਸ਼ਾਨ ਸਾਹਿਬ ਗੱਡਿਆ ਸੀ। ਗੁਰੂ ਦੇ ਚੋਜਾਂ ਦਾ ਭੇਦ ਬਹੁਤ ਔਖਾ ਲੱਭਦਾ ਹੈ। ਅਸੀਂ ਜਦੋਂ ਦੇਖਦੇ ਹਾਂ ਡੋਲ ਜਾਂਦੇ ਹਾਂ ਵੀ ਇਹ ਕੀ ਕਰਤਾ, ਗੁਰੂ ਕੀ ਕਰ ਰਿਹਾ, ਪਰ ਸਾਧ ਸੰਗਤ ਜੀ ਸਮਾਂ ਲੱਗਦਾ, ਫਿਰ ਪਤਾ ਲੱਗਦਾ। ਜਿਹੜਾ ਗੁਰੂ ਦੇ ਚਰਨਾਂ 'ਚ ਸਿਰ ਸੁੱਟ ਕੇ ਪਿਆ ਰਵੇ ਨਾ, ਉਹਨੂੰ ਗੁਰੂ ਸੋਝੀ ਦੇ ਹੀ ਦਿੰਦਾ ਹੈ। ਹਾਂਜੀ, ਤਿਸ ਦਿਨ ਕਰ ਮੁਕਾਮ ਤਹਿ ਰਹੇ। ਉਸ ਦਿਨ ਮਹਾਰਾਜ ਜੀ ਉੱਥੇ ਪੁੜਾਂ ਕਰਕੇ ਰਹੇ ਹਨ। 8ਵੇਂ ਪਾਤਸ਼ਾਹ ਜੀ ਕਰਹਿ ਕਿਰਪਾ ਸਿੱਖਿਨ ਦੁਖ ਦਹੇ। ਕਿਰਪਾ ਕੀਤੀ ਹੈ, ਸਿੱਖਾਂ ਦੇ ਦੁਖੜੇ ਦੂਰ ਕੀਤੇ ਹਨ। ਤਬ ਸੰਗਤ ਗਨ ਪਹੁੰਚੀ ਆਏ। ਤਾਂ ਬਹੁਤ ਸੰਗਤਾਂ ਆ ਪਹੁੰਚੀਆਂ ਹਨ। ਦੇਖਤ ਸਿਵਰ ਦੇ ਹਰਖਾਏ। ਸੰਗਤਾਂ ਨੇ ਦਰਸ਼ਨ ਕੀਤੇ, ਮਹਾਰਾਜ ਦਾ ਪੁੜਾਂ ਵੇਖਿਆ। ਸ੍ਰੀ ਸਤਿਗੁਰ ਸਭ ਅੰਤਰ ਜਾਮੀ। ਮਹਾਰਾਜ ਅੰਤਰ ਜਾਮੀ, ਘਟ ਘਟ ਦੀ ਜਾਣਨ ਵਾਲੇ। ਕਰੇ ਨਿਹਾਲ ਦਰਸ ਦੇ ਸੁਆਮੀ। ਦਰਸ਼ਨ ਦੇ ਕੇ ਨਿਹਾਲ ਕੀਤਾ ਸਿੱਖਾਂ ਨੂੰ। ਭਾਉ ਜਾਣ ਕਰ ਸੰਗਤ ਕੇਰਾ। ਸੰਗਤ ਦਾ ਪ੍ਰੇਮ ਜਾਣ ਕੇ ਰਾਖਿਓ ਗੁਰ ਮੁਕਾਮ ਨਿਜ ਡੇਰਾ। ਇੱਥੇ ਮੁਕਾਮ ਕੀਤਾ ਹੈ, ਡੇਰਾ ਕੀਤਾ ਮਹਾਰਾਜ ਸਾਹਿਬ ਜੀ ਨੇ। ਪਾਛਰ ਪਹਿਲ ਲਗਾਏ ਦੀਵਾਨ। ਪਿਛਲੇ ਪਹਿਰ ਦੀਵਾਨ ਲਾਉਂਦੇ ਹਨ, ਦੁਪਹਿਰ ਤੋਂ ਬਾਅਦ ਬੈਠੇ ਸਤਿਗੁਰ ਸੁੰਦਰ ਥਾਨ। ਸੋਹਣੇ ਸਥਾਨ ਤੇ ਮਹਾਰਾਜ ਬੈਠੇ ਹਨ। ਸਭ ਸੰਗਤ ਕੋ ਦਰਸ਼ਨ ਦੀਨਸ। ਸਭ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ। ਪੂਰ ਕਾਮਨਾ ਸਿੱਖਿਨ ਕੀਨਸ। ਸਿੱਖਾਂ ਦੀਆਂ ਮਨੋਕਾਮਨਾ ਪੂਰਨ ਕੀਤੀਆਂ ਹਨ। ਜਥਾ ਜੋਗ ਪੂਰਬਲੀ ਰੀਤ। ਜੋ ਮਹਾਰਾਜ ਦੇ ਘਰ ਦੀ ਮਰਜ਼ਾਦਾ ਚਲੀ ਆ ਰਹੀ ਹੈ, ਕਥਾ ਕੀਰਤਨ ਦੀ, ਸਕਲ ਕਰੀ ਹਰਖਾਏ ਸੋਚੀਤ। ਉਹ ਸਾਰੀ ਕੀਤੀ ਹੈ। ਰਹਿ ਰਾਸ ਦਾ ਪਾਠ ਸੁਣਿਆ ਹੈ। ਦੋਹਰਾ ਦਰਸ਼ਨ ਦੇ ਗਨ ਭੇਟ ਲੇ। ਸੰਗਤਾਂ ਨੇ ਮਹਾਰਾਜ ਨੂੰ ਦਰਸ਼ਨ ਕੀਤੇ, ਭੇਟਾਵਾਂ ਅਰਪਣ ਕੀਤੀਆਂ। ਬਾਂਛਤ ਸਿੱਖਿਨ ਪਾਏ। ਸਿੱਖਾਂ ਦੇ ਮਨੋਕਾਮਨਾ ਮਾਰੇ ਪੂਰੀਆਂ ਕੀਤੀਆਂ। ਭਈ ਬਿਦਾ ਸੰਗਤ ਤਹਾਂ। ਸੰਗਤ ਉਥੋਂ ਵਿਦਾ ਹੋਈ ਹੈ। ਚਿਤ ਮਹਿ ਮੋਦ ਬਡਾਏ। ਮਨ ਵਿੱਚ ਬੜੀ ਭਾਰੀ ਖੁਸ਼ੀ ਵਧਾ ਕੇ ਸਿੱਖ ਗਏ ਹਨ। ਇਹ ਸਥਾਨ ਤੇ ਹੀ ਮਹਾਰਾਜ ਹੁਣ ਇੱਕ ਹੋਰ ਕੌਤਕ ਕੀਤਾ ਸੀ ਵੀ ਗੂੰਗੇ ਤੋਂ ਗੀਤਾ ਦੇ ਅਰਥ ਕਰਾਏ ਸੀ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ